ਰਿਦ ਕਰ ਪਰਗਾਸ, ਰਿਦ ਕਰ ਪਰਗਾਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਅਸੀਂ ਜਪਜੀ ਸਾਹਿਬ ਜੀ ਦੀ ਪਾਵਨ ਬਾਣੀ ਦੇ ਅਰਥ, ਉਚਾਰਨ ਅਤੇ ਵਿਸ਼ਰਾਮ ਪ੍ਰਮਾਣਾਂ ਸਹਿਤ ਸਰਵਣ ਕਰ ਰਹੇ ਹਾਂ। We are listening to Japji Sahib part with meaning, pronunciation, punctuation and example. ਸੋ ਗੁਰਬਾਣੀ ਨੂੰ ਸਮਝਣ ਵਾਸਤੇ ਵਿਦਵਾਨ ਪੁਰਸ਼ਾਂ ਨੇ ਤਿੰਨ ਤਰ੍ਹਾਂ ਦੇ ਵਿਸ਼ਰਾਮ ਮੰਨੇ ਆ: ਅਲਪ ਵਿਸ਼ਰਾਮ, ਅਰਧ ਵਿਸ਼ਰਾਮ, ਪੂਰਨ ਵਿਸ਼ਰਾਮ। ਅਲਪ ਵਿਸ਼ਰਾਮ means a short pause. Ardha Vishram means a slightly longer pause. Then Alp Vishram. Purna Vishram means a full stop. ਸੋ ਇਹ ਜੋ ਅਸੀਂ ਗੁਰਬਾਣੀ ਦੇ ਬਾਣੀ ਦੇ ਅਰਥ ਕਰ ਰਹੇ ਹਾਂ, ਇਹ ਭਾਈ ਕਾਹਨ ਸਿੰਘ ਜੀ ਨਾਭਾ ਦੇ ਮਹਾਨ ਕੋਸ਼ ਅਨੁਸਾਰ, ਫਰੀਦਕੋਟ ਵਾਲੇ ਟੀਕੇ ਦੇ ਅਨੁਸਾਰ ਤੇ ਅਮੀਰ ਭੰਡਾਰ ਦਾ ਜੋ ਗੁਰੂ ਗ੍ਰੰਥ ਸਾਹਿਬ ਦਾ 10 ਪਾਰਟ ਦੇ ਵਿੱਚ ਟ੍ਰਾਂਸਲੇਸ਼ਨ ਹੈ, ਉਹਦੇ ਅਨੁਸਾਰ ਸੰਤ ਕਿਰਪਾਲ ਸਿੰਘ ਜੀ ਨੇ ਲਿਖੀ ਹੈ। ਜੋ ਇਹ ਮੇਨ ਰੈਫਰੈਂਸ ਹੈ। ਹੋਰ ਵੀ ਵਿਦਵਾਨਾਂ ਦੇ ਆਪਾਂ ਅਰਥ ਪੜ੍ਹੇ ਆ, ਸਮਝੇ ਆ, ਉਹਨਾਂ ਦੀ ਜਾਣਕਾਰੀ ਪ੍ਰਾਪਤ ਕਰਕੇ ਫਿਰ ਜਿਹੜੇ ਇਹਨਾਂ ਮਹਾਨ ਵਿਦਵਾਨਾਂ ਦੇ ਅਰਥਾਂ ਦੇ ਨਾਲ ਵਿਚਾਰ ਮਿਲਦੇ ਸੀ, ਉਹਨਾਂ ਨੂੰ ਸਾਰਿਆਂ ਨੂੰ ਇਕੱਠੇ ਕਰਕੇ ਫਿਰ ਸ਼ਾਰਟ ਦੇ ਵਿੱਚ ਆਪਾਂ ਅਰਥ ਕੀਤੇ ਆ ਸਮਝਣ ਵਾਸਤੇ। ਜ਼ਿਆਦਾ ਜ਼ੋਰ ਆਪਣਾ ਗੁਰਬਾਣੀ ਦੇ ਉਚਾਰਨ ਦੇ ਉੱਪਰ ਅਤੇ ਵਿਸ਼ਰਾਮਾਂ ਦੇ ਉੱਪਰ ਹੀ ਦਿੱਤਾ ਆਪਾਂ। ਸੋ ਹੁਣ ਤੱਕ ਅਸੀਂ ਜਪਜੀ ਸਾਹਿਬ ਜੀ ਦੀ ਪਾਵਨ ਬਾਣੀ ਦੀਆਂ 37 ਪੌੜੀਆਂ ਕੰਪਲੀਟ ਕਰ ਚੁੱਕੇ ਹਾਂ। 37 ਪੌੜੀਆਂ ਅਸੀਂ ਪੜ੍ਹ ਚੁੱਕੇ ਹਾਂ ਹੁਣ ਤੱਕ। ਤੇ ਇਹ ਜਪਜੀ ਸਾਹਿਬ ਜੀ ਦੀ 38ਵੀਂ ਜੋ ਪੌੜੀ ਅਸੀਂ ਹੁਣ ਪੜ੍ਹਾਂਗੇ, ਇਹ ਜਪਜੀ ਸਾਹਿਬ ਦੀ 38ਵੀਂ ਪੌੜੀ, ਅਖੀਰਲੀ ਪੌੜੀ। ਇਸ ਤੋਂ ਬਾਅਦ ਸ਼ਲੋਕ ਹੈ। ਸੋ ਹੁਣ ਜੋ ਅਸੀਂ 38ਵੀਂ ਪੌੜੀ ਪੜ੍ਹਨੀ ਆ, ਇਸ ਪੌੜੀ ਨੂੰ ਵਿਦਵਾਨ ਪੁਰਸ਼ਾਂ ਨੇ ਬ੍ਰਹਮ ਗਿਆਨ ਦੀ ਸਮੱਗਰੀ ਦਾ ਨਾਮ ਦਿੱਤਾ ਹੈ। ਵੀ ਇਸ ਪੌੜੀ ਦੇ ਵਿੱਚ ਬ੍ਰਹਮ ਗਿਆਨ ਦੀ ਸਮੱਗਰੀ ਦਾ ਜ਼ਿਕਰ ਕੀਤਾ ਗੁਰੂ ਨਾਨਕ ਦੇਵ ਜੀ ਨੇ। ਸਮੱਗਰੀ ਮੀਨਸ ਸਮਾਨ। ਸੇ ਇਸ ਪੌੜੀ ਵਿੱਚ ਬ੍ਰਹਮ ਗਿਆਨ ਦੀ ਸਮੱਗਰੀ ਦਾ ਉਚਾਰਨ ਕੀਤਾ ਗਿਆ। ਸਮੱਗਰੀ ਦਾ ਮਤਲਬ ਸਮਾਨ ਹੁੰਦਾ ਹੈ। ਜਿਵੇਂ ਦੇਗ ਬਣਾਉਣ ਵਾਸਤੇ ਸਾਨੂੰ ਸਮਾਨ ਦੀ ਲੋੜ ਪੈਂਦੀ ਹੈ। ਦੇਗ ਬਣਾਉਣ ਦੀ ਸਮੱਗਰੀ ਕੀ ਹੁੰਦੀ ਆ? ਜਿਵੇਂ ਦੇਗ ਬਣਾਉਣ ਦੀ ਸਮੱਗਰੀ ਹੈ ਘਿਓ, ਆਟਾ, ਖੰਡ ਤੇ ਪਾਣੀ। ਜਿਵੇਂ ਮਕਾਨ ਬਣਾਉਣ ਵਾਸਤੇ ਸਾਨੂੰ ਇੱਟਾਂ, ਸੀਮੈਂਟ, ਰੇਤਾ, ਬਜਰੀ ਅਤੇ ਸਰੀਏ ਦੀ ਜ਼ਰੂਰਤ ਹੁੰਦੀ ਹੈ। ਇਹ ਮਕਾਨ ਬਣਾਉਣ ਦੀ ਸਮੱਗਰੀ ਹੋ ਗਈ। ਦੇਗ ਬਣਾਉਣ ਦੀ ਸਮੱਗਰੀ ਹੋ ਗਈ ਘਿਓ, ਆਟਾ, ਖੰਡ ਤੇ ਪਾਣੀ। ਮਕਾਨ ਬਣਾਉਣ ਦੀ ਸਮੱਗਰੀ ਹੋ ਗਈ ਇੱਟਾਂ, ਸੀਮੈਂਟ, ਰੇਤਾ, ਬਜਰੀ ਤੇ ਸਰੀਆ। ਜਿਵੇਂ ਦੁਕਾਨ ਪਾਉਣ ਵਾਸਤੇ ਇੱਕ ਮੇਜ਼ ਕੁਰਸੀ ਦੀ ਲੋੜ ਹੁੰਦੀ ਆ, ਤੱਕੜੀ ਵੱਟਿਆਂ ਦੀ ਲੋੜ ਹੁੰਦੀ ਆ, ਅਤੇ ਦੁਕਾਨ ਦੇ ਵਿਚਲਾ ਜੋ ਸਮਾਨ ਹੁੰਦਾ ਉਸ ਸਮਾਨ ਦੀ ਜ਼ਰੂਰਤ ਹੁੰਦੀ ਹੈ। ਉਹ ਹੋ ਗਈ ਦੁਕਾਨ ਦੀ ਸਮੱਗਰੀ। ਇਸ ਨੂੰ ਸਮੱਗਰੀ ਕਹਿੰਦੇ ਆ।
ਇਸੇ ਤਰ੍ਹਾਂ ਗਿਆਨ ਪ੍ਰਾਪਤ ਕਰਨ ਵਾਸਤੇ ਜੀਵਨ ਵਿੱਚ ਮਰਜ਼ਾਦਾ ਵਾਲੀਆਂ ਕੁਝ ਵਸਤੂਆਂ ਨੂੰ ਸੰਭਾਲ ਕੇ ਰੱਖਿਆ ਜਾਂਦਾ ਹੈ। ਜਿਵੇਂ ਦੂਜੀਆਂ ਚੀਜ਼ਾਂ ਬਣਾਉਣ ਵਾਸਤੇ ਸਮੱਗਰੀ ਦੀ ਲੋੜ ਹੈ, ਦੁਕਾਨ ਬਣਾਉਣ ਵਾਸਤੇ, ਮਕਾਨ ਬਣਾਉਣ ਵਾਸਤੇ, ਦੇਗ ਬਣਾਉਣ ਵਾਸਤੇ ਜਿਹੜੀਆਂ ਜਿਹੜੀਆਂ ਚੀਜ਼ਾਂ ਦੀ ਜ਼ਰੂਰਤ ਹੈ ਉਹ ਮਨੁੱਖ ਕੋਲ ਹੋਣੀਆਂ ਚਾਹੀਦੀਆਂ। ਫਿਰ ਮਕਾਨ ਬਣੂ, ਫਿਰ ਦੇਗ ਬਣੂ, ਫਿਰ ਹੀ ਦੁਕਾਨ ਬਣੂ। ਇਸੇ ਤਰ੍ਹਾਂ ਵਿਦਵਾਨ ਪੁਰਸ਼ ਕਹਿੰਦੇ ਹਨ ਕਿ ਗਿਆਨ ਪ੍ਰਾਪਤ ਕਰਨ ਵਾਸਤੇ ਜੀਵਨ ਵਿੱਚ ਮਰਜ਼ਾਦਾ ਵਾਲੀਆਂ ਕੁਝ ਵਸਤੂਆਂ ਨੂੰ ਸੰਭਾਲ ਕੇ ਰੱਖਿਆ ਜਾਂਦਾ ਹੈ। ਜਿਵੇਂ ਬ੍ਰਹਮ ਗਿਆਨ ਦੀ ਪ੍ਰਾਪਤੀ ਵਾਸਤੇ ਧੀਰਜ, ਧਰਮ, ਦਇਆ, ਸੱਚ, ਸੰਤੋਖ, ਇਹ ਚੀਜ਼ਾਂ ਦਾ ਜਗਿਆਸੂ ਜਾਂ ਅਭਿਆਸੂ ਨੂੰ ਕੋਲੇ ਰੱਖਣਾ ਚਾਹੀਦਾ। ਮਤਲਬ ਇਹ ਸਾਰੀਆਂ ਚੀਜ਼ਾਂ ਧੀਰਜ, ਧਰਮ, ਦਇਆ, ਸੱਚ, ਸੰਤੋਖ ਵਰਗੀਆਂ ਚੀਜ਼ਾਂ ਦਾ ਜਗਿਆਸੂ ਜਾਂ ਅਭਿਆਸੀ ਮਨੁੱਖ ਕੋਲ ਹੋਣਾ ਜ਼ਰੂਰੀ ਹੈ। ਜੇ ਇਹ ਨਹੀਂ ਹੈ ਤਾਂ ਫਿਰ ਮਨੁੱਖ ਗਿਆਨ ਜਾਂ ਬ੍ਰਹਮ ਗਿਆਨ ਪ੍ਰਾਪਤ ਨਹੀਂ ਕਰ ਸਕਦਾ। ਜਿਵੇਂ ਬਜਰੀ, ਸੀਮੈਂਟ, ਸਰੀਆ, ਇਹ ਸਾਰੀਆਂ ਚੀਜ਼ਾਂ ਨਹੀਂ ਹੈ ਤਾਂ ਫਿਰ ਮਕਾਨ ਕਿਵੇਂ ਬਣਾਵਾਂਗੇ। ਆਟਾ, ਖੰਡ, ਘਿਓ, ਪਾਣੀ ਨਹੀਂ ਹੈ ਤਾਂ ਦੇਗ ਕਿਵੇਂ ਬਣੂਗੀ। ਮੇਜ਼, ਕੁਰਸੀ, ਤੱਕੜੀ, ਵੱਟੇ ਅਤੇ ਦੁਕਾਨ ਦੇ ਅੰਦਰ ਮਿਰਚ, ਮਸਾਲਾ, ਦਾਲਾਂ, ਹੋਰ ਚੀਜ਼ਾਂ ਨਹੀਂ ਆ ਤਾਂ ਦੁਕਾਨ ਕਿਵੇਂ ਬਣੂਗੀ। ਇਵੇਂ ਜਿਵੇਂ ਧੀਰਜ, ਧਰਮ, ਦਇਆ, ਸੱਤ, ਸੰਤੋਖ ਵਰਗੀਆਂ ਚੀਜ਼ਾਂ ਜੇ ਜਗਿਆਸੂ ਦੇ ਕੋਲ, ਅਭਿਆਸੀ ਬੰਦੇ ਦੇ ਕੋਲ ਨਹੀਂ ਆ ਤਾਂ ਫਿਰ ਉਹ ਗਿਆਨ ਕਿਵੇਂ ਪ੍ਰਾਪਤ ਹੋਊਗਾ। ਜੋ ਕੁਝ ਬ੍ਰਹਮ ਕੋਲ ਪਹੁੰਚਣ ਵਾਸਤੇ ਜ਼ਰੂਰੀ ਹੈ, ਜਿਹੜੀਆਂ ਚੀਜ਼ਾਂ ਪਾਰ ਬ੍ਰਹਮ ਪਰਮੇਸ਼ਰ ਕੋਲ ਪਹੁੰਚਣ ਵਾਸਤੇ ਜ਼ਰੂਰੀ ਹੈ, ਗੁਰੂ ਜੀ ਨੇ ਇਸ ਪੌੜੀ ਵਿੱਚ ਉਹ ਕੁਝ ਹੀ ਲਿਖਿਆ ਹੈ। ਇਸ ਪੌੜੀ ਵਿੱਚ ਗੁਰੂ ਜੀ ਨੇ ਇੱਕ ਸੁਨਿਆਰੇ ਦੀ ਦੁਕਾਨ ਦੀ ਅਤੇ ਉਸ ਦੇ ਸਮਾਨ ਦੀ ਉਦਾਹਰਣ ਦਿੱਤੀ ਹੈ। ਇੱਕ ਸੁਨਿਆਰੇ ਦੀ ਤੇ ਉਸ ਦੇ ਸਮਾਨ ਦੀ ਐਗਜ਼ਾਮਪਲ ਦਿੱਤੀ ਹੈ। ਸੋ ਆਓ ਹੁਣ ਆਪਾਂ 38ਵੀਂ ਪੌੜੀ ਸ਼ੁਰੂ ਕਰਦੇ ਹਾਂ। ਜਤ ਪਹਾਰਾ ਧੀਰਜ ਸੁਨਿਆਰ। ਇਸ ਪੰਕਤੀ ਵਿੱਚ ਇੱਕੋ ਹੀ ਵਿਸ਼ਰਾਮ ਹੈ ਪਹਾਰਾ ਦੇ ਉੱਪਰ। ਜਤ ਪਹਾਰਾ ਵਿਸ਼ਰਾਮ, ਧੀਰਜ ਸੁਨਿਆਰ। ਉਚਾਰਣੇ ਦਾ ਠੀਕ ਹੈ, ਸਾਰੇ ਸੁਨਿਆਰ ਹੀ ਕਹਿੰਦੇ ਆ ਆਪਾਂ, ਸਾਰੇ ਧੀਰਜ ਬੋਲਦੇ ਆ, ਸਾਰੇ ਜਤ ਬੋਲਦੇ ਆ, ਪਰ ਪਹਾਰਾ ਕਈ ਵਾਰੀ ਗਲਤ ਬੋਲ ਜਾਂਦੇ ਆ। ਪਹਾਰਾ ਬੋਲਣਾ, ਜਤ ਪਹਾਰਾ, ਐਵੇਂ ਜਤ ਪਹਾਰਾ। ਅਸੀਂ ਕਈ ਵਾਰੀ ਬੋਲ ਜਾਂਦੇ ਜਤ ਪਹਾਰਾ, ਜਤ ਪਹਾਰਾ। ਪੱਪੇ ਕੰਨਾ ਨਹੀਂ ਲਾਉਂਦੇ, ਪੱਪੇ ਕੰਨਾ ਪਾ, ਹਾਏ ਕੰਨਾ ਹਾ, ਰਾਰੇ ਕੰਨਾ ਰਾ, ਪਹਾਰਾ ਐ ਬੋਲਣਾ। ਜਤ ਪਹਾਰਾ ਧੀਰਜ ਸੁਨਿਆਰ। ਸੋ ਇਸ ਪੰਕਤੀ ਦਾ ਅਰਥ ਹੈ, ਜਿਹੜਾ ਇੱਥੇ ਜਤ ਲਿਖਿਆ ਨਾ, ਜਤ ਦਾ ਮਤਲਬ ਹੈ ਇੰਦਰੀਆਂ ਨੂੰ ਕਾਬੂ ਕਰਨਾ, ਤੇ ਪਹਾਰਾ ਦਾ ਮਤਲਬ ਹੈ ਸੋਨਾ ਜਾਂ ਲੋਹਾ ਗਰਮ ਕਰਨ ਵਾਲੀ ਭੱਠੀ। ਸੁਨਿਆਰੇ ਕੋਲੇ ਭੱਠੀ ਨਾ, ਗੁਰੂ ਜੀ ਨੇ ਇੱਥੇ ਸੁਨਿਆਰੇ ਦੀ ਐਗਜ਼ਾਮਪਲ ਦਿੱਤੀ ਹੈ। ਤਾਂ ਸੁਨਿਆਰੇ ਕੋਲ ਇੱਕ ਭੱਠੀ ਹੁੰਦੀ ਅੱਗ ਵਾਲੀ, ਜਿਹਦੇ ਵਿੱਚ ਅੱਗ ਮੱਚਦੀ ਹੈ, ਤਾਂ ਉਹਨੂੰ ਗੁਰਬਾਣੀ ਦੇ ਵਿੱਚ ਪਹਾਰਾ ਸ਼ਬਦ ਵਰਤਿਆ। ਪਹਾਰਾ ਮੀਨਸ ਸੁਨਿਆਰੇ ਦੀ ਸੋਨਾ ਗਰਮ ਕਰਨ ਵਾਲੀ ਭੱਠੀ। ਸੁਨਿਆਰਾ ਜਾਂ ਲੋਹਾਰ ਦਾ ਕਾਰਖਾਨਾ ਕਹਿ ਸਕਦੇ ਹਾਂ ਆਪਾਂ, ਸੁਨਿਆਰੇ ਦਾ ਜਾਂ ਲੋਹਾਰ ਦਾ ਕਾਰਖਾਨਾ ਪਹਾਰਾ। ਤਾਂ ਜਿਸ ਵਿੱਚ ਧਾਤ ਨੂੰ ਤਪਾ ਕੇ ਗਰਮ ਕਰਕੇ ਫਿਰ ਹਥੌੜੇ ਦੇ ਪ੍ਰਹਾਰ ਨਾਲ, ਪਹਾਰਾ ਮੀਨਸ ਇਹਦਾ ਦੂਜਾ ਅਰਥ ਬਣਦਾ ਪਹਾਰਾ ਦਾ ਪ੍ਰਹਾਰ, ਸੱਟ ਮਾਰਨੀ। ਪ੍ਰਹਾਰ ਅਟੈਕ ਵੀ ਹੁੰਦਾ, ਅਟੈਕ ਕਰਨਾ ਜਾਂ ਸੱਟ ਮਾਰਨੀ ਹਥੌੜੇ ਦੀ। ਹਥੌੜੇ ਦੇ ਪ੍ਰਹਾਰ ਨਾਲ
ਜਾਂ ਹਥੌੜੇ ਦੀ ਸੱਟ ਮਾਰ ਕੇ ਉਸ ਨੂੰ ਘੜਿਆ ਜਾਂਦਾ। ਪਹਾਰਾ ਦਾ ਅਰਥ ਇਹ ਵੀ ਬਣਦਾ, ਦੋਵੇਂ ਅਰਥ ਬਣਨਗੇ ਇੱਥੇ। ਜਤ ਪਹਾਰਾ ਇੰਦਰੀਆਂ ਨੂੰ ਕਾਬੂ ਕਰਨਾ ਜਤ ਦਾ ਅਰਥ ਹੈ, ਤੇ ਪਹਾਰਾ ਦਾ ਅਰਥ ਹੈ ਸੁਨਿਆਰੇ ਦੀ ਸੋਨਾ ਗਰਮ ਕਰਨ ਵਾਲੀ ਭੱਠੀ, ਜਿੱਥੇ ਉਹ ਹਥੌੜੇ ਲੋਹੇ ਸੋਨੇ ਨੂੰ ਗਰਮ ਕਰਕੇ ਫਿਰ ਉਹ ਹਥੌੜੀ ਦੇ ਨਾਲ ਉਸ ਨੂੰ ਸੱਟ ਮਾਰਦਾ। ਉਂਝ ਬਾਣੀ ਵਿੱਚ ਕਈ ਥਾਵਾਂ ਉੱਤੇ ਪਹਾਰ ਜਾਂ ਪਹਾਰਾ ਦਾ ਅਰਥ ਸੰਸਾਰ ਦਾ ਪਸਾਰਾ ਵੀ ਕੀਤਾ ਗਿਆ ਹੈ। ਜਿਵੇਂ ਬਾਣੀ ਵਿੱਚ ਆਉਂਦਾ, ਪ੍ਰਗਟ ਪਹਾਰੈ ਜਾਪਦਾ। ਇਸ ਦਾ ਮਤਲਬ ਹੈ ਵੀ ਸੰਸਾਰ ਵਿੱਚ ਪਸਾਰੇ ਕਰਕੇ ਹੀ ਅਨੁਮਾਨ ਦੁਆਰਾ ਪ੍ਰਮਾਤਮਾ ਮਾਲੂਮ ਹੁੰਦਾ। ਦੁਨੀਆ ਦਾ ਪਸਾਰਾ ਜੋ ਹੈ, ਪਸ਼ੂ ਪੰਛੀ ਮਨੁੱਖ ਬ੍ਰਿਕਸ਼ ਪਾਣੀ, ਇਹ ਸਾਰੀਆਂ ਚੀਜ਼ਾਂ ਨੂੰ ਦੇਖ ਕੇ ਪ੍ਰਮਾਤਮਾ ਦੀ ਹੋਂਦ ਦਾ ਆਈਡੀਆ ਲਾ ਸਕਦੇ ਹਾਂ ਅਸੀਂ ਵੀ ਪ੍ਰਮਾਤਮਾ ਹੈ, ਇਹਨਾਂ ਨੂੰ ਕੋਈ ਬਣਾ ਰਿਹਾ ਹੈ। ਪ੍ਰਮਾਤਮਾ ਦੀ ਹੋਂਦ, ਪ੍ਰਮਾਤਮਾ ਦਾ ਹੋਣਾ ਮਾਲੂਮ ਕਰ ਸਕਦੇ ਹਾਂ ਅਸੀਂ, ਫੀਲ ਕਰ ਸਕਦੇ ਹਾਂ। ਜਿਵੇਂ ਇੱਕ ਟਰੀ ਆ, ਉਹ ਛੋਟਾ ਜਿਹਾ ਬੀ ਆ, ਉਹ ਧਰਤੀ ਵਿੱਚੋਂ ਜਦੋਂ ਨਿਕਲਦਾ ਗ੍ਰੀਨ ਕਲਰ ਦਾ ਨਿਕਲਦਾ, ਫਿਰ ਉਸ ਨੂੰ ਵੱਡੇ ਹੋ ਕੇ ਫੁੱਲ ਲੱਗਦੇ ਆ। ਹੁੰਦੇ ਸਾਰੇ ਟਰੀ ਗ੍ਰੀਨ ਕਲਰ ਦੇ, ਪਰ ਕਿਸੇ ਨੂੰ ਲਾਲ ਫੁੱਲ ਲੱਗਦੇ, ਕਿਸੇ ਨੂੰ ਹਰੇ ਗੁਲਾਬੀ ਫੁੱਲ ਲੱਗਦੇ, ਕਿਸੇ ਨੂੰ ਯੈਲੋ ਫੁੱਲ ਲੱਗਦੇ ਆ, ਕਿਸੇ ਨੂੰ ਨੀਲੇ ਫੁੱਲ ਲੱਗਦੇ ਆ। ਕਿਸੇ ਦਾ ਫਲ ਔਰੇਂਜ ਕਲਰ ਦਾ ਹੁੰਦਾ, ਕਿਸੇ ਦਾ ਫਲ ਯੈਲੋ ਕਲਰ ਦਾ, ਲਾਲ ਕਲਰ ਦਾ, ਕਿਸੇ ਦਾ ਫਲ ਪਰਪਲ ਕਲਰ ਦਾ ਹੁੰਦਾ, ਕਿਸੇ ਦਾ ਫਲ ਪਿੰਕ ਕਲਰ ਦਾ ਹੁੰਦਾ। ਇਸ ਤਰ੍ਹਾਂ ਸਾਰਿਆਂ ਦੇ ਫਲ ਵੀ ਵੱਖਰੋ ਵੱਖਰੇ ਰੰਗਾਂ ਦੇ ਹੁੰਦੇ ਆ। ਇਹਨਾਂ ਚੀਜ਼ਾਂ ਨੂੰ ਦੇਖ ਕੇ ਅਸੀਂ ਅਨੁਮਾਨ ਲਾ ਸਕਦੇ ਵੀ ਇਹ ਜੋ ਕੰਮ ਕਰ ਰਹੀ ਹੈ, ਚੀਜ਼ਾਂ ਪਾਵਰ ਕੰਮ ਕਰ ਰਹੀ ਹੈ, ਉਹ ਪਾਵਰ ਹੀ ਪ੍ਰਮਾਤਮਾ ਹੈ। ਟਰੀ ਨੂੰ ਵੱਡਾ ਕਰਦੀ, ਉਹਦੇ ਵਿੱਚ ਵੱਖਰੇ ਵੱਖਰੇ ਰੰਗ ਦੇ ਫੁੱਲ ਬਣਾਉਂਦੀ ਆ, ਵੱਖਰੇ ਵੱਖਰੇ ਰੰਗਾਂ ਦੇ ਫਰੂਟ ਬਣਾਉਂਦੀ ਆ, ਤੇ ਸਾਰਿਆਂ ਦੇ ਵੱਖਰੇ ਵੱਖਰੇ ਟੇਸਟ ਹੁੰਦੇ ਆ। ਇੱਥੋਂ ਪਤਾ ਲੱਗਦਾ ਵੀ ਪ੍ਰਮਾਤਮਾ ਹੈ। ਤਾਂ ਪਹਾਰਾ ਦਾ ਅਰਥ ਗੁਰਬਾਣੀ ਵਿੱਚ ਕਈ ਥਾਵਾਂ ਤੇ ਪ੍ਰਗਟ ਪਹਾਰੈ ਜਾਪਦਾ। ਪਹਾਰੇ ਦਾ ਅਰਥ ਪਸਾਰਾ ਵੀ ਕੀਤਾ ਜਾਂਦਾ, ਵੀ ਜੋ ਅਸੀਂ ਦੇਖਦੇ ਹਾਂ ਪ੍ਰਗਟ ਤੌਰ ਤੇ, ਪ੍ਰਤੱਖ ਤੌਰ ਤੇ, ਉੱਥੋਂ ਪਤਾ ਲੱਗਦਾ ਵੀ ਰੱਬ ਹੈ। ਸੋ ਇਸ ਪੰਕਤੀ ਦਾ ਅਰਥ ਇਸ ਤਰ੍ਹਾਂ ਕਿ ਜਤ ਪਹਾਰਾ ਧੀਰਜ ਸੁਨਿਆਰ, ਮਤਲਬ ਬ੍ਰਹਮਚਰਜ ਅਤੇ ਵਿਵੇਕ ਹੀ ਮੇਰੀ ਅੱਗ ਵਾਲੀ ਭੱਠੀ ਹੈ। ਜਤ ਪਹਾਰਾ ਬ੍ਰਹਮਚਰਜ ਆਪਣੀਆਂ ਇੰਦਰੀਆਂ ਨੂੰ ਕਾਬੂ ਰੱਖਣਾ। ਬ੍ਰਹਮਚਰਜ ਮੀਨਸ ਆਪਣੀਆਂ ਇੰਦਰੀਆਂ ਨੂੰ ਕਾਬੂ ਕਰਕੇ ਵਿਵੇਕ ਰੱਖਣਾ ਹੀ ਮੇਰੀ ਅੱਗ ਵਾਲੀ ਭੱਠੀ ਹੈ। ਧੀਰਜ ਸੁਨਿਆਰ, ਮੇਰਾ ਸਬਰ ਸੰਤੋਖ ਹੀ ਮੇਰਾ ਸੁਨਿਆਰਾ ਹੈ। ਧੀਰਜ ਸੁਨਿਆਰ, ਧੀਰਜ ਮੀਨਸ ਸਬਰ ਤੇ ਸੰਤੋਖ। ਮੇਰਾ ਸਬਰ ਸੰਤੋਖ ਹੀ ਮੇਰਾ ਸੁਨਿਆਰਾ ਹੈ, ਗੁਰੂ ਨਾਨਕ ਦੇਵ ਜੀ ਕਹਿੰਦੇ। ਇਸ ਤਰ੍ਹਾਂ ਇਹ ਚੀਜ਼ਾਂ ਜਗਿਆਸੂ ਕੋਲ ਵੀ ਹੋਣੀਆਂ ਚਾਹੀਦੀਆਂ। ਉਹਦੇ ਕੋਲੇ ਇੰਦਰੀਆਂ ਨੂੰ ਕਾਬੂ ਕਰਨ ਦਾ ਹੁਨਰ ਹੋਣਾ ਚਾਹੀਦਾ, ਗੁਣ ਹੋਣਾ ਚਾਹੀਦਾ। ਉਹਦੇ ਅੰਦਰ ਸਬਰ ਤੇ ਸੰਤੋਖ ਹੋਣਾ ਚਾਹੀਦਾ। ਸੁਨਿਆਰੇ ਵਾਂਗ, ਸੁਨਿਆਰੇ ਦੀ ਭੱਠੀ ਵਾਂਗ ਆਪਣੀਆਂ ਇੰਦਰੀਆਂ ਨੂੰ ਕਾਬੂ ਕਰਕੇ ਰੱਖਣਾ ਹੁੰਦਾ। ਜਿਸ ਤਰ੍ਹਾਂ ਸੋਨੇ ਨੂੰ ਅੱਗ ਵਿੱਚ ਗਰਮ ਕਰਕੇ ਸੁਨਿਆਰਾ ਬੜੇ ਧੀਰਜ ਅਤੇ ਸਹਿਜਤਾ ਦੇ ਨਾਲ ਸੋਨੇ ਉੱਤੇ ਬੜੇ ਬਰੀਕ ਬਰੀਕ ਡਿਜ਼ਾਈਨ ਪਾਉਂਦਾ ਹੈ। ਉਹ ਕਾਹਲੀ ਨਹੀਂ ਕਰਦਾ ਅਤੇ ਘਬਰਾਉਂਦਾ ਵੀ ਨਹੀਂ। ਉਹ ਆਪਣੇ ਧੀਰਜ ਨੂੰ ਕਾਇਮ ਰੱਖਦਾ ਹੈ, ਉਹ ਆਪਣੇ ਧੀਰਜ ਨੂੰ ਛੱਡਦਾ ਨਹੀਂ। ਇਸ ਕਰਕੇ ਸੁਨਿਆਰੇ ਨੂੰ ਧੀਰਜ ਆਖਿਆ ਗੁਰਬਾਣੀ ਦੇ ਵਿੱਚ। ਗੁਰੂ ਨਾਨਕ ਦੇਵ ਜੀ ਨੇ ਇੱਥੇ ਮਨ ਨੂੰ ਰੋਕ ਕੇ ਰੱਖਣਾ ਭੱਠੀ ਦੀ ਅੱਗ ਵਾਂਗ ਹੈ। ਜਿਵੇਂ ਭੱਠੀ ਦੀ ਅੱਗ ਕੰਟਰੋਲ ਕੀਤੀ ਹੁੰਦੀ ਨਾ, ਉਹਦੇ ਕੰਧਾਂ ਹੁੰਦੀਆਂ ਦੋਵਾਂ ਪਾਸਿਆਂ, ਤਿੰਨਾਂ ਪਾਸਿਆਂ ਤੇ, ਤਾਂ ਕਿ ਅੱਗ ਆਸੇ ਪਾਸੇ ਨਾ ਜਾਵੇ, ਇਹਨੂੰ ਕੰਟਰੋਲ ਕੀਤਾ ਜਾਂਦਾ ਹੈ। ਇਵੇਂ ਜਿਵੇਂ ਮਨ ਨੂੰ ਰੋਕ ਕੇ ਮਨ ਨੂੰ ਕੰਟਰੋਲ ਰੱਖਣਾ ਹੀ ਭੱਠੀ ਦੀ ਅੱਗ ਹੈ।
ਜੋ ਧਾਤ ਦੇ ਮੁਤਾਬਕ ਉਸ ਨੂੰ ਸੇਕ ਦਿੰਦਾ ਹੈ। ਇਸੇ ਤਰ੍ਹਾਂ ਮਨੁੱਖ ਅੰਦਰ ਅੱਗ ਜਾਂ ਸੇਕ ਹੋਣਾ ਜ਼ਰੂਰੀ ਹੈ, ਕਿਉਂਕਿ ਜਿਸ ਤਰ੍ਹਾਂ ਚੀਜ਼ਾਂ ਨੂੰ, ਲੋਹੇ ਦੀਆਂ ਚੀਜ਼ਾਂ ਨੂੰ ਬਣਾਉਣ ਵਾਸਤੇ ਜਾਂ ਸੋਨੇ ਦੀਆਂ ਚੀਜ਼ਾਂ ਨੂੰ ਬਣਾਉਣ ਵਾਸਤੇ ਅੱਗ ਦੀ ਬਹੁਤ ਜ਼ਰੂਰਤ ਹੈ, ਫਿਰ ਜਾ ਕੇ ਇਹ ਗਾਡਰ ਬਣਦੇ ਆ, ਪਿੱਲਰ ਬਣਦੇ ਆ, ਗ੍ਰਿਲ ਬਣਦੀਆਂ ਤੇ ਹੋਰ ਚੀਜ਼ਾਂ ਬਣਦੀਆਂ ਲੋਹੇ ਦੀਆਂ। ਸੋਨੇ ਦੇ ਗਹਿਣੇ ਬਣਦੇ ਆ, ਅੱਗ ਨਾਲ ਹੀ ਬਣਦੇ ਆ ਉਹ, ਹੈ ਨਾ। ਨੈਕਲੈਸ ਹੋ ਗਿਆ, ਰਿੰਗ ਹੋ ਗਈ, ਬੈਂਗਲਸ ਹੋ ਗਈਆਂ, ਸਾਰੀਆਂ ਚੀਜ਼ਾਂ ਅੱਗ ਨਾਲ ਹੀ ਬਣਦੀਆਂ। ਤਾਂ ਇਸੇ ਤਰ੍ਹਾਂ ਮਨੁੱਖ ਅੰਦਰ ਅੱਗ ਜਾਂ ਸੇਕ ਹੋਣਾ ਚਾਹੀਦਾ ਹੈ, ਜਿਸ ਦਾ ਉਹ ਇਸ ਤਰੀਕੇ ਨਾਲ ਇਸਤੇਮਾਲ ਕਰੇ ਕਿ ਰੱਬ ਦੀ ਬਣਾਈ ਪ੍ਰਕਿਰਤੀ ਤੇ ਦੁਨੀਆ ਅਤੇ ਉਸ ਦਾ ਪਰਿਵਾਰ ਵੀ ਠੀਕ ਚੱਲੇ ਅਤੇ ਉਹ ਖੁਦ ਵੀ ਆਤਮਿਕ ਤੌਰ ਉੱਤੇ ਸੁਖੀ ਰਹੇ। ਜਦੋਂ ਅਸੀਂ ਆਪਣੇ ਅੰਦਰ ਦੀ ਅੱਗ ਨੂੰ, ਆਪਣੇ ਅੰਦਰ ਦੇ ਸੇਕ ਨੂੰ ਕੰਟਰੋਲ ਵਿੱਚ ਰੱਖਦੇ ਹਾਂ ਸੁਨਿਆਰੇ ਦੀ ਭੱਠੀ ਵਾਂਗ, ਤਾਂ ਫਿਰ ਰੱਬ ਦੀ ਬਣਾਈ ਦੁਨੀਆ ਤੇ ਉਸ ਦਾ ਪਰਿਵਾਰ ਦੋਵੇਂ ਹੀ ਠੀਕ ਤਰੀਕੇ ਨਾਲ ਚੱਲਦੇ ਆ ਤੇ ਉਹ ਆਪ ਵੀ ਖੁਦ ਵੀ ਸੁਖੀ ਰਹਿੰਦਾ ਆਤਮਿਕ ਤੌਰ ਤੇ। ਇਸ ਤਰ੍ਹਾਂ ਆਪਣੇ ਅੰਦਰ ਦੀ ਅੱਗ ਜਾਂ ਸੇਕ ਦਾ ਇਸਤੇਮਾਲ ਕਰੇ। ਜਿਵੇਂ ਸੁਨਿਆਰਾ ਗਹਿਣਾ ਬਣਾਉਣ ਵਾਸਤੇ ਅੱਗ ਦਾ ਇਸਤੇਮਾਲ ਕਰਦਾ, ਇਸੇ ਤਰ੍ਹਾਂ ਧਰਮ ਤੇ ਸੱਚਾਈ ਦੀ ਅੱਗ ਆ। ਇਸੇ ਤਰ੍ਹਾਂ ਧਰਮ ਤੇ ਸੱਚਾਈ ਦੀ ਅੱਗ ਵਿੱਚ ਵਿਕਾਰਾਂ ਨੂੰ ਸਾੜਨਾ ਹੈ ਅਤੇ ਮਨ ਵਿੱਚ ਸੁਨਿਆਰੇ ਵਾਂਗ ਧੀਰਜ ਰੱਖਣਾ। ਸੁਨਿਆਰਾ ਓਨਾ ਹੀ ਸੇਕ ਦਿੰਦਾ, ਜਿਹੋ ਜਿਹਾ ਗਹਿਣਾ ਬਣਾਉਣਾ ਹੋਊਗਾ ਨਾ ਤਾਂ ਉਸ ਨੂੰ ਓਨਾ ਕੀ ਹੀ ਸੇਕ ਦਿੰਦਾ, ਰਿੰਗ ਨੂੰ ਓਨਾ ਦਿੰਦਾ, ਨੈਕਲੈਸ ਬਣਾਉਣਾ, ਡਿਜ਼ਾਈਨ ਬਣਾਉਣੇ ਥੋੜਾ ਥੋੜਾ ਉਸ ਦੇ ਮੁਤਾਬਕ ਹੀ ਉਸ ਨੂੰ ਅੱਗ ਵਿੱਚ ਪਾਉਂਦਾ, ਸੇਕ ਦਿੰਦਾ। ਇਸੇ ਤਰ੍ਹਾਂ ਮਨੁੱਖ ਜੀਵਨ ਦੇ ਵਿੱਚ ਜਿਹੋ ਜਿਹੇ ਕਾਰੋਬਾਰ ਹੁੰਦੇ, ਆਪਣੇ ਦੇ ਅੰਦਰ ਦੇ ਵਿਚਾਰਾਂ ਨੂੰ, ਆਪਣੇ ਦੀ ਅੰਦਰ ਦੀ ਨਾਰਾਜ਼ਗੀ ਨੂੰ ਓਨਾ ਹੀ ਵਰਤੇ। ਜੇ ਆਪਣੇ ਅੰਦਰ ਦੇ ਗੁੱਸੇ ਜਾਂ ਨਾਰਾਜ਼ਗੀ ਨੂੰ ਲੋੜ ਤੋਂ ਜ਼ਿਆਦਾ ਵਰਤ ਲੈਂਦੇ ਨਾ, ਫਿਰ ਰਿਸ਼ਤਿਆਂ ਦੇ ਵਿੱਚ ਫਰਕ ਪੈ ਜਾਂਦਾ, ਲੜਾਈ ਹੁੰਦੇ, ਝਗੜੇ ਹੁੰਦੇ ਆ, ਕਿਉਂਕਿ ਅਸੀਂ ਲੋੜ ਤੋਂ ਜ਼ਿਆਦਾ ਯੂਜ਼ ਕਰ ਲੈਂਦੇ ਹਾਂ। ਸੁਨਿਆਰੇ ਵਾਂਗ ਜ਼ਰੂਰਤ ਅਨੁਸਾਰ ਵਰਤੋ ਕਿ ਤੁਹਾਡੇ ਕਹਿਣ ਦਾ ਅਸਰ ਸਾਹਮਣੇ ਵਾਲੇ ਪੁੱਤਰ, ਧੀ, ਫੈਮਿਲੀ, ਵਾਈਫ ਜਾਂ ਕਿਸੇ ਤੇ ਵੀ ਪਵੇ। ਤਾਂ ਅਸਦਾ ਸੀ ਜਤ ਪਹਾਰਾ ਧੀਰਜ ਸੁਨਿਆਰ, ਮਤਲਬ ਕਿ ਜਿਹੜੀ ਇੰਦਰੀਆਂ ਨੂੰ ਕਾਬੂ ਕਰਨਾ ਹੀ ਜਤ ਹੈ। ਪਹਾਰਾ ਮਤਲਬ ਭੱਠੀ, ਉਹਨਾਂ ਕੀ ਸੇਕ ਧੀਰਜ, ਸੁਨਿਆਰ ਧੀਰਜ ਰੱਖ ਕੇ ਸੁਨਿਆਰਾ ਗਹਿਣੇ ਬਣਾਉਂਦਾ, ਉਵੇਂ ਜੈਸੇ ਆਪਣੇ ਜੀਵਨ ਨੂੰ, ਚੱਲਣ ਨੂੰ, ਮਰਜ਼ਾਦਾ ਨੂੰ ਕਾਇਮ ਰੱਖਣਾ। ਅਹਰਣ ਮਤ ਵੇਦ ਹਥਿਆਰ, ਇੱਕੋ ਹੀ ਵਿਸ਼ਰਾਮ ਆਊਗਾ ਮਤ ਦੇ ਉੱਪਰ। ਅਹਰਣ ਮਤ ਵਿਸ਼ਰਾਮ, ਵੇਦ ਹਥਿਆਰ। ਸੋ ਉਚਾਰਨ ਉਹਦਾ ਠੀਕ ਹੈ ਇਸ ਪੰਕਤੀ ਦਾ। ਅਹਰਣ ਹੀ ਕਹਿੰਦੇ ਆ ਸਾਰੇ, ਅਹਰਣ ਮਤ ਵੇਦ ਹਥਿਆਰ ਏਦਾਂ ਹੀ ਬੋਲਦੇ ਆ। ਤੇ ਇਹਦੇ 'ਚ ਆਪਾਂ ਨੂੰ ਜ਼ਿਆਦਾ ਕਮੈਂਟ ਕਰਨ ਦੀ ਲੋੜ ਨਹੀਂ, ਵੀ ਸਮਝਾਉਣ ਦੀ ਲੋੜ ਨਹੀਂ, ਉਚਾਰਨ ਠੀਕ ਹੈ। ਸੋ ਅਹਰਣ ਦਾ ਅਰਥ ਹੈਗਾ ਲੋਹੇ ਦੀ ਥੰਮੀ। ਅਹਰਣ ਮੀਨਸ ਲੋਹੇ ਦੀ ਥੰਮੀ, ਜਿਸ ਉੱਤੇ ਰੱਖ ਕੇ ਸੋਨਾ ਜਾਂ ਲੋਹੇ ਨੂੰ ਕੁੱਟਿਆ ਜਾਂਦਾ। ਇੱਕ ਲੋਹੇ ਦਾ ਵੱਟਾ ਹੁੰਦਾ ਥੰਮੀ, ਉਹਨੂੰ ਅਹਰਣ ਕਹਿੰਦੇ ਆ। ਉਹਦੇ ਉੱਤੇ ਰੱਖ ਕੇ ਫਿਰ ਹਥੌੜੀਆਂ ਨਾਲ ਸੱਟਾਂ ਮਾਰੀਆਂ ਜਾਂਦੀਆਂ, ਉਹਨੂੰ ਅਹਰਣ ਕਹਿੰਦੇ ਆ। ਹਥਿਆਰ ਦਾ ਮਤਲਬ ਹਥੌੜਾ। ਅਹਰਣ ਮਤ ਵੇਦ ਹਥਿਆਰ। ਹੁਣ ਆਪਾਂ ਨੂੰ ਸਮਝ ਆ ਜਾਣੇ ਵੀ ਮੇਰਾ ਦਿਮਾਗ ਤੇ ਮੇਰੀ ਬੁੱਧੀ ਲੋਹੇ ਦੀ ਥੰਮੀ ਆ। ਮੇਰਾ ਦਿਮਾਗ ਤੇ ਮੇਰੀ ਬੁੱਧੀ ਲੋਹੇ ਦੀ ਥੰਮੀ ਵਾਂਗ ਹੈ, ਜਿਸ ਉੱਤੇ ਮੈਂ ਨਾਮ ਸਿਮਰਨ ਅਤੇ ਧਾਰਮਿਕ ਗ੍ਰੰਥਾਂ ਦੇ ਗਿਆਨ ਦੀਆਂ
ਸੱਟਾਂ ਮਾਰ ਮਾਰ ਕੇ ਆਪਣੀ ਮੱਤ ਨੂੰ ਸਿਆਣੀ ਤੇ ਸਮਝਦਾਰ ਬਣਾਉਂਦਾ ਹਾਂ। ਵੇਦ ਹਥਿਆਰ, ਇੱਕ ਤਾਂ ਹਥੌੜਾ ਹੁੰਦਾ ਹਥਿਆਰ, ਫਿਰ ਗੁਰੂ ਜੀ ਕਹਿੰਦੇ ਆ ਵੇਦ ਮੇਰੇ ਹਥਿਆਰ ਹਨ। ਵੇਦ ਮੀਨਸ ਧਾਰਮਿਕ ਗ੍ਰੰਥ, ਗੁਰਬਾਣੀ, ਗੁਰਬਾਣੀ ਦੇ ਅੰਦਰਲਾ ਗਿਆਨ, ਇਹ ਮੇਰਾ ਹਥਿਆਰ ਹੈ। ਤੇ ਇਸ ਹਥਿਆਰ ਦੇ ਨਾਲ, ਇਸ ਹਥੌੜੇ ਦੇ ਨਾਲ, ਆਪਣੇ ਬਾਣੀ ਰੂਪੀ ਹਥੌੜੇ, ਬਾਣੀ ਰੂਪੀ ਸ਼ਬਦਾਂ ਦੇ ਹਥੌੜੇ ਦੇ ਨਾਲ, ਬਾਣੀ ਰੂਪੀ ਗਿਆਨ ਦੇ ਹਥੌੜੇ ਦੇ ਨਾਲ, ਗ੍ਰੰਥਾਂ ਦੇ ਗਿਆਨ ਦੇ ਹਥੌੜੇ ਦੀਆਂ ਸੱਟਾਂ ਮਾਰ ਮਾਰ ਕੇ ਮੈਂ ਆਪਣੀ ਮੱਤ ਨੂੰ ਸਿਆਣੀ ਤੇ ਸਮਝਦਾਰ ਬਣਾਉਂਦਾ। ਜਿਸ ਤਰ੍ਹਾਂ ਸੁਨਿਆਰਾ ਸੋਨੇ ਨੂੰ ਕੁੱਟ-ਕੁੱਟ ਕੇ ਸੁੰਦਰ ਗਹਿਣੇ ਬਣਾਉਂਦਾ ਹੈ, ਇਸੇ ਤਰ੍ਹਾਂ ਆਪਣੀ ਮੱਤ ਨੂੰ ਗਿਆਨ ਦੇਣ ਵਾਲੇ ਗ੍ਰੰਥ ਪੜ੍ਹ ਕੇ ਮੈਂ ਸਿਆਣੀ ਤੇ ਸਮਝਦਾਰ ਬਣਾਉਂਦਾ ਹਾਂ। ਤੇ ਅਸੀਂ ਇਸੇ ਤਰ੍ਹਾਂ ਗੁਰਬਾਣੀ ਤੇ ਧਾਰਮਿਕ ਗ੍ਰੰਥ ਪੜ੍ਹ ਪੜ੍ਹ ਕੇ ਆਪਣੀ ਮੱਤ ਨੂੰ ਸਿਆਣੀ ਤੇ ਸਮਝਦਾਰ ਬਣਾਉਣਾ। ਜਿਵੇਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਬਚਨ ਕਰਦੇ ਹਨ, ਗਿਆਨ ਹੈ ਕੀ ਵੱਡਣੀ ਮਨਹੁ ਹਾਥ ਲੈ, ਕਾਤਰਤਾ ਕੁਤਵਾਰ ਬੁਹਾਰੈ। ਕਾਤਰਤਾ ਕੁਤਵਾਰ ਬੁਹਾਰੈ। ਗਿਆਨੇ ਕੀ ਵੱਡਣੀ ਮਨਹੁ ਹਾਥ ਲੈ, ਕਾਤਰਤਾ ਕੁਤਵਾਰ ਬੁਹਾਰੈ। ਇਹਦਾ ਮਤਲਬ ਹੈ ਕਿ ਗਿਆਨ ਦਾ ਝਾੜੂ ਆਪਣੇ ਮਨ ਦੇ ਹੱਥ ਵਿੱਚ ਫੜਾ ਦਿਓ ਅਤੇ ਆਪਣੇ ਅੰਦਰ ਵਾਲੇ ਅਗਿਆਨ ਦਾ ਜੋ ਕੂੜਾ ਹੈ ਉਹ ਸਾਰਾ ਬਾਹਰ ਕੱਢ ਕੇ ਸੁੱਟ ਦਿਓ ਅਤੇ ਆਪਣੇ ਅੰਤਰ ਆਤਮੇ ਨੂੰ ਸਾਫ਼ ਕਰ ਲਓ। ਬਸ ਇਹੋ ਹੀ ਹਥਿਆਰ ਹੈ, ਇਹੋ ਹੀ ਹਥੌੜਾ ਹੈ। ਤੇ ਇਸ ਤਰ੍ਹਾਂ ਅਸੀਂ ਬਾਣੀ ਪੜ੍ਹ ਪੜ੍ਹ ਕੇ, ਧਾਰਮਿਕ ਗ੍ਰੰਥ, ਕਿਤਾਬਾਂ, ਸਾਖੀਆਂ, ਗੁਰੂਆਂ ਦਾ ਜੀਵਨ ਪੜ੍ਹ ਪੜ੍ਹ ਕੇ ਆਪਣੇ ਅੰਦਰ ਨੂੰ ਸਾਫ਼ ਕਰਨਾ, ਸਮਝਾਉਣਾ, ਸਮਝਦਾਰ ਬਣਾਉਣਾ। ਗਿਆਨ ਕੀ ਵੱਡਣੀ, ਵੱਡਣੀ ਦਾ ਮਤਲਬ ਹੁੰਦਾ ਝਾੜੂ, ਬ੍ਰਹਮ। ਗਿਆਨ ਦਾ ਝਾੜੂ ਆਪਣੇ ਮਨ ਦੇ ਹੱਥ 'ਚ ਫੜਾ ਦਿਓ। ਮਨ ਨੂੰ ਕਹੋ ਵੀ ਹੁਣ ਤੂੰ ਇਹ ਆਪਣੇ ਆਪ ਨੂੰ ਅੰਦਰੋਂ ਸਾਫ਼ ਕਰ। ਕਾਤਰਤਾ ਕੁਤਵਾਰ ਬੁਹਾਰੈ। ਇਸ ਤਰ੍ਹਾਂ ਫਿਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਅੱਗੇ ਵੀ ਲਿਖਦੇ ਆ, ਕਹਿੰਦੇ ਧੰਨ ਜੀਓ ਤਹਿ ਕੋ ਜਗ ਮਹਿ, ਮੁਖ ਤੇ ਹਰ ਚਿਤ ਮੈਂ ਜੁਧ ਵਿਚਾਰੈ। ਦੇਹ ਅਨਿਤ ਨ ਨਿਤ ਰਹਿ, ਜਸ ਨਾਵ ਚੜ੍ਹੈ ਭਵ ਸਾਗਰ ਤਾਰੈ। ਧੀਰਜ ਧਾਮ ਬਣਾਈ ਇਹ, ਤਨ ਬੁੱਧ ਸੋ ਦੀਪਕ ਜਿਉ ਉਜਿਆਰੈ। ਗਿਆਨੈ ਕੀ ਵੱਡਣੀ ਮਨਹੁ ਹਾਥ ਲੈ, ਕਾਤਰਤਾ ਕੁਤਵਾਰ ਬੁਹਾਰੈ। ਇਹ ਪੂਰਾ ਪਦਾ ਹੈ ਸਵਈਆਂ ਦਾ। ਇੱਕ ਪੌੜੀ ਹੈ, 4 ਪੰਕਤੀਆਂ ਦੀ ਹੁੰਦੀ ਹੈ ਸਵਈਆਂ ਦੀ ਇੱਕ ਪੌੜੀ। ਤਾਂ ਮਤਲਬ ਕਿ ਸੰਸਾਰ ਵਿੱਚ ਉਹ ਜੀਵ ਧਨ ਹਨ। ਧਨ ਜੀਓ ਤਹਿ ਕੋ ਜਗ ਮਹਿ, ਮਤਲਬ ਸੰਸਾਰ ਵਿੱਚ ਉਹ ਜੀਵ ਧਨ ਹਨ ਜੋ ਮੁਖ ਤੋਂ ਹਰੀ ਦਾ ਸਿਮਰਨ ਕਰਦੇ ਹਨ ਅਤੇ ਚਿੱਤ ਵਿੱਚ ਵਾਹਿਗੁਰੂ ਨਾਲ ਜੁੜਨ ਦਾ ਯੁੱਧ ਕਰਦੇ ਰਹਿੰਦੇ ਹਨ। ਮੁਖ ਤੇ ਹਰ, ਆਪਣੇ ਮੂੰਹ ਤੋਂ ਵਾਹਿਗੁਰੂ ਦਾ ਸਿਮਰਨ ਕਰਦੇ ਹਨ। ਚਿੱਤ ਮੈਂ ਯੁੱਧ ਵਿਚਾਰਾ, ਤੇ ਆਪਣੇ ਮਨ ਦੇ ਵਿੱਚ, ਆਪਣੇ ਚਿੱਤ ਦੇ ਵਿੱਚ ਵਾਹਿਗੁਰੂ ਨਾਲ ਜੁੜਨ ਵਾਸਤੇ ਹਮੇਸ਼ਾ ਯੁੱਧ ਕਰਦੇ ਰਹਿੰਦੇ, ਕਿਉਂਕਿ ਮਨ ਦੇ ਨਾਲ ਯੁੱਧ ਕਰਨਾ ਪੈਂਦਾ। ਯੁੱਧ ਕੀਤੇ ਬਿਨਾਂ ਬੰਦਾ ਅੱਗੇ ਨਹੀਂ ਵੱਧ ਸਕਦਾ। ਮਨ ਦੇ ਨਾਲ ਬਹੁਤ ਲੜਾਈਆਂ ਕਰਨੀਆਂ ਪੈਂਦੀਆਂ। ਤਾਂ ਕਹਿੰਦੇ ਚਿੱਤ ਮੈਂ ਯੁੱਧ ਵਿਚਾਰਾ, ਮੁਖ ਤੋਂ ਵਾਹਿਗੁਰੂ ਜਪਦਿਆਂ ਜਪਦਿਆਂ ਮਨ ਦੇ ਨਾਲ ਯੁੱਧ ਕਰਦੇ ਰਹਿਣਾ ਚਾਹੀਦਾ। ਦੇਹ ਅਨਿਤ ਨ ਨਿਤ ਰਹਿ, ਜਸ ਨਾਵ ਚੜ੍ਹੈ ਭਵ ਸਾਗਰ ਤਾਰੈ। ਮਤਲਬ ਆਪਣੀ ਦੇਹ ਨੂੰ ਸਦਾ ਨਾ ਰਹਿਣ ਵਾਲੀ ਜਾਣਦੇ ਹਨ। ਜਿਹੜੇ ਨਾਮ ਅਭਿਆਸੀ ਹਨ ਨਾ, ਉਹ ਆਪਣੀ ਦੇਹ ਨੂੰ ਦੇਹ ਅਨਿਤ ਨ ਨਿਤ ਰਹਿ, ਮਤਲਬ ਆਪਣੀ ਦੇਹ ਨੂੰ ਉਹ ਸਦਾ ਨਾ ਰਹਿਣ ਵਾਲੀ ਸਮਝਦੇ ਆ। ਜਸ ਨਾਵ ਚੜ੍ਹੈ ਭਵ ਸਾਗਰ ਤਾਰੈ, ਮਤਲਬ ਇਸ ਲਈ ਹਰੀ ਨਾਮ ਦੀ ਕਿਸ਼ਤੀ ਉੱਤੇ ਚੜ੍ਹ ਕੇ ਸੰਸਾਰ ਸਾਗਰ ਤੋਂ ਪਾਰ ਹੋਣ ਦਾ ਯਤਨ ਕਰਦੇ ਰਹਿੰਦੇ ਹਨ। ਜਸ ਨਾਵ ਚੜ੍ਹੈ, ਹਰੀ ਦੇ ਨਾਮ ਦੀ ਕਿਸ਼ਤੀ ਉੱਪਰ ਚੜ੍ਹ ਕੇ
ਸੰਸਾਰ ਰੂਪੀ ਭਵ ਸਾਗਰ ਤੋਂ ਪਾਰ ਜਾਣ ਦਾ ਯਤਨ ਕਰਦੇ ਰਹਿੰਦੇ ਹਨ। ਧੀਰਜ ਧਾਮ ਬਣਾਏ ਇਹ ਹੈ, ਮਤਲਬ ਉਹਨਾਂ ਨੇ ਆਪਣੇ ਸਰੀਰ ਨੂੰ ਧੀਰਜ ਅਤੇ ਸਬਰ ਸੰਤੋਖ ਦਾ ਘਰ ਬਣਾ ਲਿਆ। ਧਾਮ ਦਾ ਮਤਲਬ ਹੁੰਦਾ ਘਰ, ਜਗ੍ਹਾ, ਥਾਂ। ਧੀਰਜ ਧਾਮ ਬਣਾਏ ਇਹ ਹੈ। ਇਸ ਤਰ੍ਹਾਂ ਨਾਮ ਅਭਿਆਸੀ ਗੁਰਮੁਖਾਂ ਨੇ ਆਪਣੇ ਸਰੀਰ ਨੂੰ ਸਬਰ ਸੰਤੋਖ ਤੇ ਧੀਰਜ ਦਾ ਘਰ ਬਣਾ ਲਿਆ। ਤਨ ਬੁੱਧ ਸੋ ਦੀਪਕ ਜਿਉਂ ਉਜਿਆਰਾ, ਤਨ ਬੁੱਧ ਸੋ ਦੀਪਕ ਜਿਉਂ ਉਜਿਆਰਾ। ਮਤਲਬ ਇਸ ਲਈ ਆਪਣੇ ਤਨ ਵਿੱਚ, ਬੁੱਧੀ ਵਿੱਚ ਗਿਆਨ ਦਾ ਦੀਵਾ ਜਗਾ ਕੇ, ਤਨ ਬੁੱਧ ਸੋ ਦੀਪਕ, ਦੀਪਕ ਮੀਨਸ ਦੀਵਾ, ਜਿਉਂ ਉਜਿਆਰਾ, ਉਜਿਆਰਾ ਮਤਲਬ ਰੋਸ਼ਨੀ, ਚਾਨਣ। ਤਾਂ ਉਹਨਾਂ ਨੇ ਆਪਣੇ ਸਰੀਰ ਵਿੱਚ ਧੀਰਜ ਅਤੇ ਸੰਤੋਖ ਦਾ ਘਰ ਬਣਾ ਲਿਆ ਤੇ ਇਸ ਲਈ ਤਨ ਅਤੇ ਬੁੱਧੀ ਦੇ ਵਿੱਚ ਗਿਆਨ ਦਾ ਦੀਵਾ ਜਗਾ ਕੇ ਚਾਨਣ ਕਰ ਲਿਆ ਉਹਨਾਂ ਨੇ। ਇਸ ਤਰੀਕੇ ਨਾਲ ਗਿਆਨ ਦਾ ਝਾੜੂ ਫੜ ਕੇ, ਗਿਆਨ ਹੈ ਕਿ ਬਦਣੀ ਮਨੋਂ ਹੱਥ ਲੈ, ਕਾਤਰਤਾ ਕੁਤਵਾਰ ਬਹਾਰ ਹੈ। ਮਤਲਬ ਗਿਆਨ ਦਾ ਝਾੜੂ ਫੜ ਕੇ ਆਪਣੇ ਮਨ ਵਿੱਚੋਂ ਝੂਠ ਦਾ ਕੂੜਾ ਬਾਹਰ ਕੱਢ ਕੇ ਸੁੱਟ ਦਿੱਤਾ। ਇਸ ਤਰ੍ਹਾਂ ਗੁਰੂ ਜੀ ਕਹਿੰਦੇ ਹਨ, ਗੁਰੂ ਨਾਨਕ ਦੇਵ ਜੀ ਕਹਿੰਦੇ, ਅਹਰਣ ਮਤ ਵੇਦ ਹਥਿਆਰ। ਜਿਹੜੀ ਮੇਰੀ ਮਤ ਬੁੱਧੀ ਹੈ ਉਹ ਲੋਹੇ ਦੀ ਥੰਮੀ ਵਾਂਗ ਬਹੁਤ ਸਖਤ ਹੈ, ਹਾਰਡ ਹੈ, ਮਜ਼ਬੂਤ ਹੈ। ਪਰ ਇਹਨੂੰ ਇਸ ਦੇ ਉੱਤੇ ਰੱਖ ਕੇ, ਮਤ ਦੇ ਉੱਤੇ ਰੱਖ ਕੇ, ਹੁਣ ਅਸੀਂ ਗੁਰੂ ਨਾਨਕ ਦੇਵ ਜੀ ਕਹਿੰਦੇ ਵੇਦਾਂ ਤੇ ਧਾਰਮਿਕ ਗ੍ਰੰਥਾਂ ਦੇ ਗਿਆਨ ਦੀਆਂ ਸੱਟਾਂ ਮਾਰ ਕੇ ਆਪਣੀ ਮਤ ਨੂੰ ਸਿਆਣੀ ਤੇ ਸਮਝਦਾਰ ਬਣਾਉਣਾ। ਮਤ ਮਾਰਨੀ ਨਹੀਂ ਗੀ, ਮਤ ਨੂੰ ਮਾਰਨਾ ਨਹੀਂ, ਥੋੜੇ ਮਾਰ ਕੇ ਮਤ ਨੂੰ ਸਿਆਣੀ ਤੇ ਸਮਝਦਾਰ ਬਣਾਉਣਾ। ਜੇ ਮਤ ਹੀ ਮਰ ਗਈ ਤਾਂ ਫਿਰ ਮਤ ਆਊਗੀ ਕਿੱਥੋਂ? ਬੁਰੀ ਮਤ ਦੇ ਖਿਆਲ ਮਾਰਨੇ ਆ ਤੇ ਉਸ ਨੂੰ ਹਥਿਆਰਾਂ ਦੀਆਂ, ਬਾਣੀ ਦੇ ਗਿਆਨ ਦੀਆਂ ਸੱਟਾਂ ਮਾਰ ਕੇ ਸਿਆਣੀ ਤੇ ਸਮਝਦਾਰ ਬਣਾਉਣਾ। ਇਸ ਤਰ੍ਹਾਂ ਦੈਨ ਭਉ ਖੱਲਾ ਅਗਨ ਤਪਤਾਓ, ਇੱਥੇ ਇੱਕੋ ਹੀ ਵਿਸ਼ਰਾਮ ਹੈ ਖੱਲਾ ਦੇ ਉੱਪਰ। ਭਉ ਖੱਲਾ ਵਿਸ਼ਰਾਮ, ਅਗਨ ਤਪਤਾਓ। ਸੋ ਇਹਨੂੰ ਆਪਾਂ ਖਲਾ ਨਹੀਂ ਬੋਲਣਾ, ਭਉ ਖਲਾ ਅਗਨ ਤਪਤਾਓ। ਖਲਾ ਨਹੀਂ ਬੋਲਣਾਗਾ ਕਿਉਂਕਿ ਖਲਾ ਦਾ ਕੋਈ ਅਰਥ ਨਹੀਂ ਬਣਦਾ। ਖੱਲਾ ਕਵਾਂਗੇ, ਖੱਲਾ ਦਾ ਮਤਲਬ ਹੁੰਦਾ ਚਮੜੇ ਦਾ ਬਣਿਆ ਇੱਕ ਥੈਲਾ ਜਿਸ ਰਾਹੀਂ ਅੱਗ ਨੂੰ ਹੋਰ ਤੇਜ਼ ਕੀਤਾ ਜਾਂਦਾ ਹਵਾ ਮਾਰ ਕੇ। ਸ਼ਾਇਦ ਇੰਡੀਆ ਦੇ ਵਿੱਚ ਦੇਖਿਆ ਹੋਣਾ, ਨਿੱਕੇ ਹੁੰਦੇ ਮੈਂ ਵੀ ਦੇਖਿਆ, ਪਿੰਡ ਦੇ ਵਿੱਚ ਭਾਂਡੇ ਕਲੀ ਕਰਨ ਵਾਲਾ ਭਾਈ ਆਉਂਦਾ ਹੁੰਦਾ ਸੀ। ਉਸ ਦੀ ਇੱਕ ਛੋਟੀ ਜਿਹੀ ਭੱਠੀ ਹੁੰਦੀ ਸੀ ਤੇ ਉਹਦੇ ਨਾਲ ਉਹਨੇ ਪਾਈਪ ਲਾਈ ਹੁੰਦੀ ਸੀ ਤੇ ਖੱਲਾ ਬਣਾਇਆ ਹੁੰਦਾ ਸੀ ਚਮੜੇ ਦਾ, ਤੇ ਉਹਦੇ ਨਾਲ ਹਵਾ ਭਰ ਕੇ ਤਾਂ ਚੁੱਕ ਕੇ ਫਿਰ ਉਹਨੂੰ ਦਬਾਉਂਦਾ, ਉਹਦੇ 'ਚ ਹਵਾ ਭਰ ਜਾਂਦੀ ਸੀ, ਫਿਰ ਦਬਾ ਦਿੰਦਾ ਸੀ। ਉਹ ਹਵਾ ਦਾ ਪ੍ਰੈਸ਼ਰ ਭੱਠੀ ਦੇ ਵਿੱਚ ਜਾਂਦਾ ਸੀ ਤੇ ਕੋਲੇ ਹਵਾ ਦੇ ਨਾਲ ਹੋਰ ਭੱਕ ਜਾਂਦੇ ਸਨ। ਉਹਨੂੰ ਕਹਿੰਦੇ ਖੱਲਾ। ਚਮੜੇ ਦਾ ਬਣਿਆ ਹੋਇਆ ਇੱਕ ਥੈਲਾ ਜਿਸ ਦੇ ਵਿੱਚ ਹਵਾ ਭਰ ਕੇ ਕੋਲਿਆਂ ਨੂੰ, ਅੱਗ ਨੂੰ ਹੋਰ ਤੇਜ਼ ਕੀਤਾ ਜਾਂਦਾ ਹੈ। ਤੇ ਖੱਲਾ ਦਾ ਅਰਥ ਅਸੀਂ ਧੌਂਕਣੀ ਜਾਂ ਫੂਕਣੀ ਵੀ ਕਰ ਸਕਦੇ ਹਾਂ। ਹਰ ਥਾਂ ਤੇ ਤੋਂ ਚਮੜੇ ਦਾ ਬਣਿਆ ਥੈਲਾ ਨਹੀਂ ਹੁੰਦਾ। ਨੋਰਮਲੀ ਸਾਡੇ ਘਰਾਂ ਦੇ ਵਿੱਚ ਚੁੱਲ੍ਹੇ ਵਿੱਚ ਅੱਗ ਮਚਾਉਣ ਵਾਸਤੇ ਫੂਕਣੀ ਵੀ ਕਹਿੰਦੇ ਆ, ਅਲੱਗ-ਅਲੱਗ ਏਰੀਏ ਦੀ ਲੈਂਗੁਏਜ ਹੈ। ਮਾਲਵੇ ਦੇ ਵਿੱਚ ਫੂਕਣੀ ਕਹਿੰਦੇ ਆ, ਲੋਹੇ ਦੀ ਪਾਈਪ ਇੱਕ, ਉਹਦੇ 'ਚ ਫੂਕ ਮਾਰ ਕੇ ਅੱਗ ਮਚਾਈ ਜਾਂਦੀ ਹੈ। ਮਾਝੇ ਵਿੱਚ ਵੀ ਸ਼ਾਇਦ ਫੂਕਣੀ ਕਹਿੰਦੇ ਹੁਣ, ਦੁਆਬੇ ਵਿੱਚ ਵੀ, ਪਰ ਕਈ ਲੋਕ ਧੌਂਕਣੀ ਕਹਿੰਦੇ ਆ, ਕਈ ਲੋਕ ਉਹਨੂੰ ਫੂਕਣੀ ਕਹਿੰਦੇ ਆ। ਲੋਹੇ ਦੀ ਪਾਈਪ ਜਿਹਦੇ ਵਿੱਚ ਫੂਕ ਮਾਰ ਕੇ ਅੱਗ ਨੂੰ ਭਖਾਇਆ ਜਾਂਦਾ, ਅੱਗ ਮਚਾਈ ਜਾਂਦੀ ਆ। ਤਾਂ ਗੁਰੂ ਨਾਨਕ ਦੇਵ ਜੀ ਕਹਿੰਦੇ ਹਨ ਕਿ ਭਉ ਖੱਲਾ, ਇਹਨੂੰ ਖੱਲਾ ਬੋਲਣਾ, ਖਲਾ ਨਹੀਂ ਕਹਿਣਾ, ਯਾਦ ਰੱਖਣਾ, ਠੀਕ ਹੈ। ਭਉ ਖੱਲਾ, ਖੱਖੇ ਨੂੰ ਭਾਰਾ ਕਰਕੇ ਬੋਲਣਾ। ਭਉ ਖੱਲਾ ਅਗਨ ਤਪਤਾਓ, ਇਸ ਦਾ ਅਰਥ ਹੈ ਭਉ ਮਤਲਬ ਹੁੰਦਾ ਡਰ। ਰੱਬ ਦਾ ਡਰ ਹੀ ਮੇਰੇ ਵਾਸਤੇ
ਹਵਾ ਨਾਲ ਅੱਗ ਮਚਾਉਣ ਵਾਲੀ ਫੂਕਣੀ ਜਾਂ ਧੌਕਣੀ ਹੈ। ਅਗਨ ਤਪਤਾਓ ਮਤਲਬ ਅੱਗ ਦੇ ਸੇਕ ਵਾਂਗ ਹੀ ਮੇਰੇ ਵਾਸਤੇ ਨਾਮ ਸਿਮਰਨ ਦੀ ਕਮਾਈ ਹੈ। ਇਹ ਨਾਮ ਸਿਮਰਨ ਦੀ ਕਮਾਈ ਗੁਰੂ ਨਾਨਕ ਦੇਵ ਜੀ ਨੇ ਇੰਨੀ ਔਖੀ ਦੱਸੀ ਹੈ। ਜਿਹੋ ਜਿਹਾ ਮਨੁੱਖ ਅੱਗ ਦਾ ਸੇਕ ਬਰਦਾਸ਼ਤ ਕਰਦਾ, ਜਿੰਨਾ ਸੇਕ ਮਨੁੱਖ ਨੂੰ ਅੱਗ ਦਾ ਲੱਗਦਾ ਨਾ ਤੇ ਔਖਾ ਹੁੰਦਾ, ਓਨਾ ਹੀ ਨਾਮ ਸਿਮਰਨ ਦੀ ਕਮਾਈ ਕਰਨੀ ਔਖੀ ਹੈ। ਨਾਮ ਸਿਮਰਨ ਦੀ ਕਮਾਈ ਓਨੀ ਹੀ ਔਖੀ ਹੈ। ਅੱਗ ਦੇ ਸੇਕ ਵਾਂਗ ਹੀ ਮੇਰੇ ਵਾਸਤੇ ਨਾਮ ਸਿਮਰਨ ਦੀ ਕਮਾਈ ਹੈ, ਬਹੁਤ ਔਖੀ ਹੈ। ਇੱਕ ਦਿਨ ਉੱਠ ਖੜਦੇ ਆ 4 ਵਜੇ, ਦੂਜੇ ਦਿਨ ਉੱਠਦੇ ਹੀ ਨਹੀਂ ਗੇ ਤੇ ਪੈਣ ਲੱਗੇ ਕਹਿੰਦੇ ਸਵੇਰੇ ਉੱਠਾਂਗੇ। ਪਹਿਲੀ ਗੱਲ ਤਾਂ ਸਵੇਰੇ ਉੱਠਣਾ ਹੀ ਔਖਾ। ਜੇ ਉੱਠ ਖੜੇ ਤੇ ਫਿਰ ਦੁਨੀਆਦਾਰੀ ਦੇ ਵਿੱਚ ਚੱਲ ਪੈਂਦੇ ਆ, ਨਾਮ ਜਪਣ ਵਾਲੇ ਪਾਸੇ ਧਿਆਨ ਹੀ ਨਹੀਂ ਜਾਂਦਾ। ਜੇ ਇੱਕ ਦਿਨ ਜਪ ਲਿਆ ਮੁੜ ਕੇ ਮਹੀਨਾ ਜਪਣਾ ਨਹੀਂ, ਇਹ ਬਹੁਤ ਔਖਾ। ਜੇ ਜਪਣ ਬੈਠ ਵੀ ਜਾਵਾਂਗੇ ਤਾਂ ਫਿਰ ਬੰਦੇ ਤੋਂ ਬੈਠਿਆ ਨਹੀਂ ਜਾਂਦਾ, ਘੜੀ ਦੇਖਦਾ ਰੂ ਇੰਨੇ ਟਾਈਮ ਹੋ ਗਿਆ, ਇੰਨਾ ਟਾਈਮ ਹੋ ਗਿਆ, ਜਾਂ ਮਨ ਇੱਧਰ ਉੱਧਰ ਭੱਜਦਾ, ਮਨ ਵਿੱਚ ਬੁਰੇ ਖਿਆਲ ਆਉਂਦੇ ਆ। ਫਿਰ ਕੰਮ ਯਾਦ ਆ ਗਿਆ, ਫਿਰ ਦਵਾ ਦਾ ਪਾਠ ਕਰ ਲਓ, ਦਵਾ ਦਾ ਪਾਠ ਕਰੋ ਯਾਰ, ਉਹ ਫਲਾਣਾ ਕੰਮ ਪਿਆ ਉਹ ਕਰਨਾ। ਇੰਨਾ ਔਖਾ, ਬਹੁਤ ਔਖਾ। ਆਲਸ ਦਲਿੱਦਰ ਬਹੁਤ ਚੜ੍ਹਦਾ ਸਿਮਰਨ ਦੀ ਕਮਾਈ ਕਰਨ ਲੱਗਿਆ। ਸਿਮਰਨ ਦੀ ਕਮਾਈ ਕਰਨ ਲੱਗਿਆ ਗੁੱਸਾ ਬਹੁਤ ਆਉਂਦਾ। ਸਿਮਰਨ ਦੀ ਕਮਾਈ ਕਰਨ ਲੱਗਿਆ ਵਿਸ਼ੇ ਵਿਕਾਰ ਬਹੁਤ ਤੰਗ ਕਰਦੇ ਆ। 4 ਚੁਫੇਰਿਓਂ ਭੂਤਣੇ ਆ ਚੁੰਬੜਦੇ ਆ ਬੰਦੇ ਨੂੰ, ਵਿਸ਼ੇ ਵਿਕਾਰਾਂ ਦੇ, ਚੁਗਲੀਆਂ ਦੇ, ਲੜਾਈਆਂ ਦੇ, ਝਗੜਿਆਂ ਦੇ। ਤਾਂ ਫਿਰ ਮਨੁੱਖ ਨੂੰ ਔਖਾ ਹੋ ਜਾਂਦਾ ਨਾਮ ਜਪਣਾ। ਜਿੰਨਾ ਔਖਾ ਉਹਦੇ ਵਾਸਤੇ ਅੱਗ ਦਾ ਸੇਕ ਝੱਲਣਾ ਨਾ, ਓਨਾ ਔਖਾ ਹੀ ਗੁਰੂ ਨਾਨਕ ਦੇਵ ਜੀ ਕਹਿੰਦੇ ਨਾਮ ਸਿਮਰਨ ਦੀ ਕਮਾਈ ਕਰਨਾ। ਭਉ ਖੱਲਾ ਅਗਨ ਤਪਤਾਓ, ਅਗਨ ਦੀ ਤਪਸ਼ ਨਾਮ ਸਿਮਰਨ ਦੀ ਕਮਾਈ ਕਰਨ ਲੱਗਿਆ ਓਨੀ ਹੀ ਔਖੀ ਹੈ। ਤੈਨ ਭਾਂਡਾ ਭਾਓ ਅੰਮ੍ਰਿਤ ਤਿਤ ਢਾਲ, ਭਾਂਡਾ ਭਾਓ ਅੰਮ੍ਰਿਤ ਤਿਤ ਢਾਲ, ਇੱਕੋ ਹੀ ਵਿਸ਼ਰਾਮ ਹੈ ਇੱਥੇ ਭਾਓ ਦੇ ਉੱਪਰ। ਭਾਂਡਾ ਭਾਓ ਵਿਸ਼ਰਾਮ ਅੰਮ੍ਰਿਤ ਤਿਤ ਢਾਲ। ਮਤਲਬ ਉਚਾਰਨ ਸਹੀ ਹੈ ਇਹਦਾ, ਭਾਂਡਾ ਭਾਓ ਅੰਮ੍ਰਿਤ ਤਿਤ ਢਾਲ। ਢਾਲ ਬੋਲਦੇ ਸਾਰੇ ਢੱਡਾ ਲੱਗਿਆ ਹੋਇਆ। ਅੰਮ੍ਰਿਤ ਦਾ ਅਰਥ ਹੈ ਸੁਧਾ। ਭਾਈ ਕਾਨ ਸਿੰਘ ਜੀ ਨਾਭਾ ਨੇ ਅੰਮ੍ਰਿਤ ਦੇ ਕਈ ਅਰਥ ਕੀਤੇ ਆ। ਅੰਮ੍ਰਿਤ ਮੀਨਸ ਸੁਧਾ, ਸੁਧਾ ਨੂੰ ਵੀ ਅੰਮ੍ਰਿਤ ਹੀ ਕਹਿੰਦੇ ਆ। ਪ੍ਰਾਗ ਮਧੂ ਜਾਂ ਸ਼ਰਬਤ, ਮਧੂ ਮੀਨਸ ਸ਼ਹਿਦ, ਸ਼ਹਿਦ ਜਾਂ ਸ਼ਰਬਤ। ਪਰ ਨਾਮ ਦਾ ਅੰਮ੍ਰਿਤ ਰਸ ਸਵਾਦ ਆਖਰੀ ਚੀਜ਼ ਹੈ। ਸੁਧਾ ਰਸ, ਪ੍ਰਾਗ ਰਸ ਫਲਾਂ ਦਾ ਰਸ, ਮਧੂ ਸ਼ਹਿਦ ਦਾ, ਸ਼ਹਿਦ ਦੀ ਮਿਠਾਸ, ਜਾਂ ਹੋਰ ਸ਼ਰਬਤ ਜਿਹੜੇ ਬਣਾਉਣੇ ਆ, ਇਹ ਸਾਰੇ ਹੀ ਮਿੱਠੇ ਆ। ਪਰ ਗੁਰੂ ਜੀ ਕਹਿੰਦੇ ਜਿਹੜਾ ਨਾਮ ਦਾ ਰਸ ਹੈ ਨਾ, ਇਹ ਲਾਸਟ ਵਾਲਾ ਟੇਸਟ ਹੈ, ਸਭ ਤੋਂ ਉੱਚਾ ਸਵਾਦ ਹੈ। ਬਾਬਾ ਫਰੀਦ ਜੀ ਨੇ ਵੀ ਇੱਕ ਸ਼ਲੋਕ ਵਿੱਚ ਕਿਹਾ, ਸ਼ੱਕਰ ਖੰਡ ਨਵਾਤ ਗੁੜ ਮਾਖਿਓ ਮਾਂਝਾ ਦੁੱਧ। ਕਹਿੰਦੇ ਸ਼ੱਕਰ ਵੀ ਮਿੱਠੀ ਆ, ਭਾਂਤਾਂ ਵੀ ਜੋ ਚੀਜ਼ਾਂ ਮਠਿਆਈਆਂ ਬਣਾਉਣੇ ਉਹ ਵੀ ਮਿੱਠੀ, ਸ਼ੱਕਰ ਖੰਡ ਨਵਾਤ ਗੁੜ, ਗੁੜ ਵੀ ਮਿੱਠਾ, ਮਾਖਿਓ ਮੀਨਸ ਸ਼ਹਿਦ ਵੀ ਮਿੱਠਾ, ਮਾਂਝਾ ਦੁੱਧ, ਦੁੱਧ ਵੀ ਮਿੱਠਾ, ਜਾਂ ਦੁੱਧ ਦੀਆਂ ਬਣੀਆਂ ਚੀਜ਼ਾਂ ਵੀ ਮਿੱਠੀਆਂ ਹਨ। ਸਾਰਾ ਕੁਛ ਮਿੱਠਾ ਹੈ, ਸਵਾਦ ਹੈ। ਪਰ ਬਾਬਾ ਜੀ ਕਹਿੰਦੇ ਸਭੇ ਵਸਤੂ ਮਿੱਠੀਆਂ, ਸਾਰੀਆਂ ਮਿੱਠੀਆਂ ਹਨ, ਪਰ ਰੱਬ ਨਾ ਪੂਜਣ ਤੁਧ। ਪਰ ਰੱਬ ਦੇ ਨਾਮ ਦੇ ਬਰਾਬਰ ਕੋਈ ਵੀ ਰਸ ਨਹੀਂ ਪੁੱਜ ਸਕਦਾ। ਇਵੇਂ ਜਿਵੇਂ ਗੁਰੂ ਨਾਨਕ ਦੇਵ ਜੀ ਕਹਿੰਦੇ ਇੱਥੇ, ਕਹਿੰਦੇ ਭਾਂਡਾ ਭਾਓ ਅੰਮ੍ਰਿਤ ਤਿਤ ਢਾਲ। ਜਿਹੜਾ ਨਾਮ ਦਾ ਅੰਮ੍ਰਿਤ ਰਸ ਹੈ ਨਾ, ਇਸ ਰਸ ਦੇ ਬਰਾਬਰ ਹੋਰ ਕੋਈ ਰਸ ਨਹੀਂ ਪਹੁੰਚ ਸਕਦਾ।
ਰੱਬ ਦਾ ਪਿਆਰ ਹੀ ਮੇਰਾ ਭਾਂਡਾ ਹੈ। ਭਾਉ ਮੀਨਸ ਪਿਆਰ। ਪਹਿਲਾਂ ਕਿ ਭੌ ਖੱਲਾ, ਉਹ ਪਹਿਲਾਂ ਭੌ ਸੀ, ਪੱਬਾ ਊੜੇ ਔਂਕੜ ਭੌ। ਭੌ ਦਾ ਮਤਲਬ ਹੁੰਦਾ ਡਰ, ਭੱਬੇ ਕੰਨਾ ਊੜੇ ਔਂਕੜ ਭਾਓ। ਭਾਉ ਦਾ ਮਤਲਬ ਹੁੰਦਾ ਪਿਆਰ। ਦੋਵਾਂ ਦਾ ਥੋੜਾ ਹੀ ਫਰਕ ਹੈ, ਇੱਕ ਕੰਨੇ ਦਾ ਹੀ। ਇੱਕ ਕੰਨੇ ਨਾਲ ਹੀ ਮੀਨਿੰਗ ਚੇਂਜ ਹੋ ਗਿਆ। ਦੇਖੋ, ਭੱਬਾ ਊੜੇ ਔਂਕੜ ਭੌ, ਭੌ ਮੀਨਸ ਡਰ, ਭੱਬੇ ਕੰਨਾ ਊੜੇ ਔਂਕੜ ਭਾਓ, ਭਾਓ ਮੀਨਸ ਪਿਆਰ। ਕਰੈਕਟ। ਭਾਂਡਾ ਭਾਓ ਅੰਮ੍ਰਿਤ ਤੇ ਢਾਲ, ਇਸ ਦਾ ਅਰਥ ਹੈ ਕਿ ਰੱਬ ਦਾ ਪਿਆਰ ਹੀ ਮੇਰਾ ਭਾਂਡਾ ਹੈ, ਜਿਸ ਵਿੱਚ ਮੈਂ ਵਾਹਿਗੁਰੂ ਦੇ ਨਾਮ ਸਿਮਰਨ ਦਾ ਰਸ ਪਾਉਂਦਾ ਹਾਂ, ਜਾਂ ਉਸ ਵਿੱਚ ਹੀ ਮੈਂ ਵਾਹਿਗੁਰੂ ਦਾ ਨਾਮ ਸਿਮਰਨ ਦਾ ਅੰਮ੍ਰਿਤ ਰਸ ਪਾਇਆ। ਜਿਵੇਂ ਸੁਨਿਆਰੇ ਦੇ ਕੋਲ ਇੱਕ ਭਾਂਡਾ ਪਾਣੀ ਪਾਇਆ ਪਿਆ ਹੁੰਦਾ ਨਾ, ਇੱਕ ਭਾਂਡੇ ਵਿੱਚ ਪਾਣੀ ਪਾ ਕੇ ਰੱਖਿਆ ਹੁੰਦਾ, ਤੇ ਉਹ ਭਾਂਡਾ ਪਤਾ ਕਿਉਂ ਰੱਖਿਆ ਹੁੰਦਾ ਪਾਣੀ ਪਾ ਕੇ? ਕਿ ਗਰਮ ਚੀਜ਼ ਨੂੰ ਭੱਠੀ ਵਿੱਚੋਂ ਕੱਢ ਕੇ ਉਹ ਪਾਣੀ ਦੇ ਵਿੱਚ ਪਾ ਕੇ ਠੰਡੀ ਕਰਦਾ ਹੈ ਨਾ। ਤੇ ਗੁਰੂ ਨਾਨਕ ਦੇਵ ਜੀ ਨੇ ਉਹ ਭਾਂਡੇ ਦੀ ਗੱਲ ਕੀਤੀ ਹੈ। ਕਹਿੰਦੇ ਸੁਨਿਆਰੇ ਦਾ ਜਿਹੜਾ ਭਾਂਡਾ ਹੈ ਉਹਦੇ ਨਾਲ ਉਹ ਚੀਜ਼ਾਂ ਠੰਡੀਆਂ ਕਰਦਾ, ਪਰ ਜਿਹੜਾ ਉਹ ਭਾਂਡਾ ਹੈ ਉਹਦੇ ਵਿੱਚ ਜਿਹੜਾ ਮੈਂ ਪਾਣੀ ਪਾਇਆ ਹੋਇਆ ਨਾ, ਭਾਂਡਾ ਭਾਓ ਰੱਬ ਦਾ ਪਿਆਰ ਮੇਰਾ ਭਾਂਡਾ ਹੈ, ਤੇ ਉਸ ਵਿੱਚ ਵਾਹਿਗੁਰੂ ਦੇ ਨਾਮ ਦਾ ਮੈਂ ਪਾਣੀ ਪਾਇਆ। ਜਿਹੜਾ ਸੁਨਹਿਰਾ ਪਾਣੀ ਪਾ ਕੇ ਰੱਖਦਾ, ਕਹਿੰਦੇ ਮੈਂ ਉਸ ਭਾਂਡੇ ਦੇ ਵਿੱਚ, ਆਪਣੇ ਪਿਆਰ ਵਾਲੇ ਭਾਂਡੇ ਦੇ ਵਿੱਚ ਵਾਹਿਗੁਰੂ ਦੇ ਨਾਮ ਦਾ ਅੰਮ੍ਰਿਤ ਰਸ ਪਾਇਆ, ਜਾਂ ਉਸ ਵਿੱਚ ਹੀ ਮੈਂ ਵਾਹਿਗੁਰੂ ਦੇ ਨਾਮ ਦਾ ਸਿਮਰਨ ਦਾ ਰਸ ਪਾਇਆ। ਇੱਕੋ ਗੱਲ ਆ। ਤੇ ਉਸ ਨਾਮ ਰਸ ਦੇ ਨਾਲ ਜੋ ਭਾਂਡੇ ਦੇ ਵਿੱਚ ਪਾਇਆ, ਪਿਆਰ ਵਾਲੇ ਭਾਂਡੇ ਦੇ ਵਿੱਚ ਨਾਮ ਦਾ ਰਸ ਪਾਇਆ, ਉਹਦੇ ਨਾਲ ਮੈਂ ਆਪਣੇ ਵਿਚਾਰਾਂ ਨੂੰ, ਵਿਕਾਰਾਂ ਨੂੰ, ਤਪਸ਼ ਨੂੰ, ਅੰਦਰ ਦੇ ਬੁਰੇ ਖਿਆਲਾਂ ਨੂੰ ਉਹਦੇ ਵਿੱਚ ਪਾ ਕੇ ਉਸ ਨੂੰ ਠੰਡਿਆਂ ਕਰਦਾ ਮੈਂ, ਤੇ ਫਿਰ ਉਸ ਔਗਣਾ ਨੂੰ ਗੁਣਾਂ ਦੇ ਵਿੱਚ ਘੜ ਲੈਣਾ। ਜਿਵੇਂ ਸੁਨਿਆਰਾ ਗਰਮ ਚੀਜ਼ ਪਾ ਕੇ ਭਾਂਡੇ ਦੇ ਵਿੱਚ, ਪਾਣੀ ਦੇ ਵਿੱਚ, ਫਿਰ ਉਹਨੂੰ ਘੜ ਕੇ ਇੱਕ ਸੁੰਦਰ ਗਹਿਣਾ ਬਣਾ ਦਿੰਦਾ, ਉਵੇਂ ਜਿਵੇਂ ਗੁਰੂ ਜੀ ਕਹਿੰਦੇ ਮੈਂ ਨਾਮ ਰਸ ਰੂਪੀ ਭਾਂਡੇ ਦੇ ਵਿੱਚ, ਰਸ ਦੇ ਵਿੱਚ ਆਪਣੇ ਔਗਣਾ ਨੂੰ ਭਿਉਂ ਕੇ ਗੁਣ ਰੂਪ ਬਣਾ ਲੈਣਾ। ਗੁਣ ਰੂਪ ਔਗਣ ਗੁਣ ਰੂਪ ਕਿਵੇਂ ਹੋ ਜਾਂਦੇ ਆ? ਵੀ ਜਿਵੇਂ ਕੱਲ ਮੈਂ ਕਿਸੇ ਦੀ ਚੁਗਲੀ ਕਰਦਾ ਸੀ, ਪਰ ਅੱਜ ਮੇਰੇ ਵਿਚਾਰ ਬਦਲ ਗਏ ਆ, ਅੱਜ ਮੈਂ ਉਹ ਬੰਦੇ ਦੀ ਤਾਰੀਫ ਕਰਨ ਲੱਗ ਗਿਆ, ਮੇਰਾ ਔਗਣ ਚੁਗਲੀ ਕਰਨ ਵਾਲਾ ਗੁਣ ਬਣ ਗਿਆ। ਕੱਲ ਮੈਂ ਲੋਕਾਂ ਕੋਲੋਂ ਖੋਹ ਕੇ ਖਾਂਦਾ ਸੀ, ਅੱਜ ਬਾਣੀ ਪੜ੍ਹਦਿਆਂ ਪੜ੍ਹਦਿਆਂ ਮੇਰੇ ਮਨ ਵਿੱਚ ਦੂਜੇ ਨੂੰ ਦੇਣ ਦਾ ਵਿਚਾਰ ਆ ਗਿਆ, ਔਗਣ ਗੁਣ ਬਣ ਗਿਆ। ਇਸ ਤਰ੍ਹਾਂ ਉਸ ਪਿਆਰ ਰੂਪੀ ਭਾਂਡੇ ਵਿੱਚ, ਜਿਸ ਵਿੱਚ ਮੈਂ ਨਾਮ ਰੂਪੀ ਅੰਮ੍ਰਿਤ ਰਸ ਪਾਇਆ, ਆਪਣੇ ਔਗਣਾਂ ਨੂੰ ਭਿਉਂ ਕੇ, ਫਿਰ ਥੋੜੀ ਮਾਰ ਕੇ ਗੁਣ ਰੂਪ ਬਣਾ ਲਿਆ। ਦੈਨ ਕਿਵੇਂ? ਘੜੀਆ ਸ਼ਬਦ ਸੱਚੀ ਟਕਸਾਲ, ਸ਼ਬਦ ਦੇ ਉੱਤੇ ਵਿਸ਼ਰਾਮ ਹੈ। ਘੜੀਆ ਸ਼ਬਦ ਵਿਸ਼ਰਾਮ, ਸੱਚੀ ਟਕਸਾਲ। ਸੋ ਇਸ ਤਰ੍ਹਾਂ ਬੋਲਣਾ। ਇੱਥੇ ਥੋੜਾ ਜਿਹਾ ਅਸੀਂ ਐਂ ਬੋਲ ਜਾਂਦੇ, ਘੜੀਆ ਸ਼ਬਦ ਸੱਚੀ। ਸ਼ਬਦ ਨੂੰ ਸ਼ਬਦ ਨਹੀਂ ਬੋਲਣਾ। ਦੇਖੋ ਇੱਥੇ ਸ਼ਬਦ ਲਿਖਿਆ ਹੋਇਆ, ਸੱਸਾ ਬੱਬਾ ਦੱਦਾ। ਅਰਥ ਭਾਵਾਂ ਇਹਦਾ ਸ਼ਬਦ ਹੀ ਬਣਦਾ ਹੈ, ਪਰ ਅਸੀਂ ਬੋਲਾਂਗੇ ਸ਼ਬਦ। ਘੜੀਆ ਸ਼ਬਦ ਸੱਚੀ ਟਕਸਾਲ, ਐ ਬੋਲਾਂਗੇ ਸ਼ਬਦ। ਸ਼ਬਦ ਨਹੀਂ ਬੋਲਣਾ, ਸ਼ ਕਰਕੇ ਨਹੀਂ ਬੋਲਣਾ, ਸ ਕਰਕੇ ਬੋਲਣਾ। ਘੜੀਆ ਸ਼ਬਦ ਸੱਚੀ ਟਕਸਾਲ। ਇਸ ਦਾ ਅਰਥ ਹੈ ਵੀ ਜਿਸ ਤਰ੍ਹਾਂ ਸਿੱਕੇ ਬਣਾਉਣ ਵਾਲੀ ਫੈਕਟਰੀ ਵਿੱਚ ਦੁਨਿਆਵੀ ਮਾਇਆ ਦੇ ਸਿੱਕੇ ਬਣਾਏ ਜਾਂਦੇ ਆ, ਉਸੇ ਤਰ੍ਹਾਂ ਸੱਚੀ ਦਰਗਾਹ ਦੀ ਟਕਸਾਲ ਵਿੱਚ, ਟਕਸਾਲ ਮੀਨਸ ਫੈਕਟਰੀ, ਜਿੱਥੇ ਸਿੱਕੇ ਬਣਾਏ ਜਾਂਦੇ, ਕੋਇਨਸ ਬਣਾਏ ਜਾਂਦੇ ਆ, ਦੇਸ਼ ਦੀ ਕਰੰਸੀ ਬਣਦੀ ਆ, ਕੰਟਰੀ ਦੀ ਕਰੰਸੀ ਬਣਦੀ ਆ, ਉਸ ਨੂੰ ਟਕਸਾਲ ਕਿਹਾ ਗੁਰਬਾਣੀ ਵਿੱਚ। ਸਿੱਕੇ ਬਣਾਉਣ ਵਾਲੀ ਫੈਕਟਰੀ ਨੂੰ ਟਕਸਾਲ ਆਖਿਆ। ਟਕਸਾਲ ਮੀਨਸ ਫੈਕਟਰੀ। ਜਿਵੇਂ ਸਿੱਕੇ ਬਣਾਉਣ ਵਾਲੀ ਫੈਕਟਰੀ ਵਿੱਚ ਦੁਨਿਆਵੀ ਮਾਇਆ ਦੇ ਸਿੱਕੇ ਬਣਾਏ ਜਾਂਦੇ, ਉਵੇਂ ਦਰਗਾਹ
ਦੀ ਸੱਚੀ ਟਕਸਾਲ ਭਾਵ ਫੈਕਟਰੀ ਵਿੱਚ ਸੱਚੇ ਵਾਹਿਗੁਰੂ ਦੇ ਸ਼ਬਦ ਜਾਂ ਗੁਰਮੰਤਰ ਦੀ ਬਣਤਰ ਘੜੀ ਜਾਂਦੀ ਹੈ। ਭਾਵ ਸ਼ਬਦਾਂ ਤੇ ਮੰਤਰਾਂ ਦੀ ਘਾੜਤ ਘੜੀ ਜਾਂਦੀ ਹੈ, ਬਣਾਈ ਜਾਂਦੀ ਹੈ। ਇਹ ਜਿਹੜੇ ਮੰਤਰ ਹੈ ਨਾ, ਇੱਕ ਤਾਂ ਉਹੀ ਮੰਤਰ ਬਣਾਏ ਆ, ਆਪਾਂ ਉਂਝ ਕਿਤਾਬਾਂ ਵਿੱਚ ਪੜ੍ਹਦੇ ਹਾਂ, ਛੋਟੇ ਮੋਟੇ ਮੰਤਰ ਜਿਹਾ ਵਸੀਕਰਨ ਮੰਤਰ ਹੋ ਗਿਆ, ਮਾਰਨ ਮੰਤਰ ਹੋ ਗਿਆ, ਵਿਦੇਸ਼ਨ ਮੰਤਰ ਹੋ ਗਿਆ, ਹੈ ਨਾ, 4-5 ਤਰ੍ਹਾਂ ਦੇ ਮੰਤਰ ਮੰਨੇ ਗਏ ਆ। ਇਹ ਤਾਂ ਐਵੇਂ ਕਿਸੇ ਨੇ ਬਣਾਏ ਹੁੰਦੇ ਆ। ਪਰ ਜਿਹੜੇ ਮੰਤਰ ਹੈਗੇ ਆ ਉਹ ਮੈਂ ਇੱਕ ਓਂਕਾਰ ਹੈ। ਹੋਰ ਦੂਜੇ ਧਰਮਾਂ ਦੇ ਜਿਹੜੇ ਰਿਲੀਜੀਅਸ ਧਰਮਾਂ ਦੇ ਮੰਤਰ ਹਨ ਤਾਂ ਉਹ ਸਾਰੇ ਘੜੇ ਜਾਂਦੇ ਆ। ਘੜੀਆ ਸ਼ਬਦ ਦਰਗਾਹ ਦੇ ਵਿੱਚ ਸੱਚੇ ਮੰਤਰ ਗੁਰੂ ਸ਼ਬਦ, ਜਿਵੇਂ ਗੁਰਬਾਣੀ ਹੈ, ਧੁਰਕੀ ਬਾਣੀ ਆਈ ਤਿਨ ਸਗਲੀ ਚਿੰਤ ਮਿਟਾਈ, ਇਹ ਦਰਗਾਹ ਦੀ ਟਕਸਾਲ ਵਿੱਚ ਘੜੀ ਗਈ ਆ। ਮੂਲ ਮੰਤਰ ਦਰਗਾਹ ਦੀ ਟਕਸਾਲ ਵਿੱਚ ਘੜਿਆ ਗਿਆ। ਇੱਕ ਓਂਕਾਰ ਗੁਰੂ ਨਾਨਕ ਦੇਵ ਜੀ ਨੇ ਦਰਗਾਹ ਦੀ ਟਕਸਾਲ ਵਿੱਚ ਕਢਵਾਇਆ ਤੇ ਉੱਥੇ ਮੰਤਰਾਂ ਦੀ ਘਾੜਤ ਘੜੀ ਜਾਂਦੀ ਆ। ਇਸ ਤਰ੍ਹਾਂ ਜਿੰਨੇ ਵੀ ਸਾਰੇ ਰਿਲੀਜੀਅਸ ਧਰਮਾਂ ਦੇ ਮੰਤਰ ਹਨ, ਉਹਨਾਂ ਦੀ ਸਾਰਿਆਂ ਦੀ ਆਪਣੀ ਆਪਣੀ ਹੋਂਦ ਹੈ, ਉਹਨਾਂ ਦੀ ਆਪਣੀ ਆਪਣੀ ਮਹਿਮਾ ਤੇ ਆਪਣੀ ਆਪਣੀ ਘਾੜਤ ਆ ਉਹਨਾਂ ਦੀ। ਸਾਰੇ ਜਿਹੜੇ ਸ੍ਰੇਸ਼ਟ ਮੰਤਰ ਹਨ ਉਹ ਦਰਗਾਹ ਦੇ ਵਿੱਚ ਹੀ ਘੜੇ ਜਾਂਦੇ ਆ। ਸਾਰਿਆਂ ਦੀ ਮਹਿਮਾ, ਆਪਾਂ ਇਹ ਨਹੀਂ ਕਹਿੰਦੇ ਵੀ ਸਾਡੀ ਬਾਣੀ ਉੱਥੇ ਘੜੀ ਗਈ ਹੈ। ਸਾਰੇ ਧਰਮਾਂ ਦੇ ਜਿਹੜੇ ਮੰਤਰ ਹਨ, ਗਾਇਤਰੀ ਮੰਤਰ, ਓਮ ਮੰਤਰ ਔਰ ਅੱਲਾਹ ਖੁਦਾ ਦੇ ਜੋ ਨਾਮ ਦੇ ਜੋ ਮੰਤਰ ਹਨ, ਜਿਹੜੇ 7 ਰਿਸ਼ੀਆਂ ਨੇ, ਸੰਤਾਂ ਮਹਾਂਪੁਰਸ਼ਾਂ ਰਿਸ਼ੀਆਂ ਨੇ ਪ੍ਰਾਚੀਨ ਸਮੇਂ ਤੋਂ ਉਹਨਾਂ ਦਾ ਜਾਪ ਕਰਦੇ ਆਉਂਦੇ ਆ ਤੇ ਉਹਨਾਂ ਦਾ ਜਾਪ ਕਰ ਕਰਕੇ ਉਹਨਾਂ ਨੇ ਪਾਵਰ ਹਾਸਲ ਕੀਤੀ ਹੈ, ਪੋਜੀਸ਼ਨ ਅਵਸਥਾ ਪ੍ਰਾਪਤ ਕੀਤੀ ਹੈ। ਇਹ ਸਾਰੇ ਪਾਵਰਫੁੱਲ ਹਨ ਤੇ ਸਾਰੇ ਹੀ ਸੱਚੀ ਦਰਗਾਹ ਦੇ ਬਣੇ ਹੋਏ ਹਨ। ਇਸ ਤਰ੍ਹਾਂ ਸੋ ਦੈਨ ਜਿਨ ਕੋ ਨਦਰ ਕਰਮ ਤਿਨ ਕਾਰ, ਇੱਥੇ ਵਿਸ਼ਰਾਮ ਆਊਗਾ ਕਰਮ ਦੇ ਉੱਪਰ। ਜਿਨ ਕੋ ਨਦਰ ਕਰਮ ਵਿਸ਼ਰਾਮ ਤਿਨ ਕਾਰ, ਇਹ 3 ਕਾਰ ਵੱਖਰਾ ਬੋਲਣਾ ਲਾਸਟ ਤੇ ਚਾਰੇ ਸ਼ਬਦ ਇਕੱਠੇ ਬੋਲਣੇ। ਜਿਨ ਕੋ ਨਦਰ ਕਰਮ, ਇਸ ਤਰ੍ਹਾਂ ਜਿਨ ਕੋ ਨਦਰ ਕਰਮ ਤਿਨ ਕਾਰ, ਉਚਾਰਨ ਠੀਕ ਹੈ ਇਹਦਾ। ਸੋ ਇਸ ਦਾ ਅਰਥ ਹੈ ਜਿਨ ਕੋ ਨਦਰ ਕਰਮ ਤਿਨ ਕਾਰ, ਮਤਲਬ ਇਹ ਜੋ ਸਮੱਗਰੀ ਅਸੀਂ ਲਿਖੀ ਆ, ਗੁਰੂ ਨਾਨਕ ਦੇਵ ਜੀ ਕਹਿੰਦੇ ਹਨ ਇਹ ਜੋ ਸਮੱਗਰੀ ਅਸੀਂ ਲਿਖੀ ਹੈ ਇਹ ਉਹਨਾਂ ਦਾ ਨਿਤ ਕਰਮ ਹੈ, ਜਿਨ੍ਹਾਂ ਉੱਪਰ ਵਾਹਿਗੁਰੂ ਆਪਣੀ ਮਿਹਰ ਵਾਲੀ ਨਜ਼ਰ ਕਰਦਾ ਹੈ। ਜਿਨ ਕੋ ਨਦਰ, ਨਦਰ ਮੀਨਸ ਨਜ਼ਰ, ਕਰਮ ਮੀਨਸ ਮਿਹਰ। ਜਿਨ੍ਹਾਂ ਉੱਪਰ, ਜਿਨ ਕੋ, ਜਿਨ੍ਹਾਂ ਉੱਪਰ ਵਾਹਿਗੁਰੂ ਨਦਰ ਕਰਮ ਆਪਣੀ ਮਿਹਰ ਵਾਲੀ ਨਜ਼ਰ ਕਰਦਾ ਹੈ। ਇਹ ਜੋ ਸਮੱਗਰੀ ਪਿੱਛੇ ਆਪਾਂ ਪੜ੍ਹੀ ਆ, ਅਰਥ ਪੜ੍ਹੇ ਆ, ਇਹ ਸਾਰੀ ਸਮੱਗਰੀ, ਸਾਰਾ ਸਮਾਨ, ਸਾਰੀਆਂ ਬਖਸ਼ਿਸ਼ਾਂ, ਸਾਰੀਆਂ ਮਿਹਰਾਂ ਜੋ ਲਿਖੀਆਂ ਹਨ ਉਹਨਾਂ ਦਾ ਨਿਤ ਕਰਮ ਆ। ਉਹ ਨਿਤ ਰੋਜ਼ ਉੱਠ ਕੇ ਡੇਲੀ ਕਰਦੇ, ਜਿਵੇਂ ਕਿ ਅਸੀਂ ਨਿਤਨੇਮ ਆ, ਨਿਤ ਕਰਮ ਡੇਲੀ ਰੋਜ਼ ਰੂਟੀਨ ਦੇ ਵਿੱਚ ਕਰਨਾ, ਉਹਨੂੰ ਨਿਤਨੇਮ ਜਾਂ ਨਿਤ ਕਰਮ ਕਹਿੰਦੇ ਆ। ਇਹ ਉਹਨਾਂ ਦੀ ਸਮੱਗਰੀ ਜਿਹੜੇ ਰੋਜ਼ ਉੱਠ ਕੇ ਸਵੇਰੇ ਅਭਿਆਸ ਕਰਦੇ ਆ, ਨਿਤ ਕਰਮ ਕਰਦੇ ਆ, ਨਾਮ ਜਪਦੇ, ਸਿਮਰਨ ਕਰਦੇ, ਇਸ਼ਨਾਨ ਕਰਦੇ ਆ, ਬਹੁਤ ਬਹੁਤ ਦੇਰ ਤੱਕ ਪ੍ਰਮਾਤਮਾ ਦੇ ਨਾਲ ਜੁੜੇ ਰਹਿੰਦੇ ਆ। ਇਹ ਉਹਨਾਂ ਦਾ ਕੰਮ ਹੈ, ਉਹਨਾਂ ਦੀ ਸਮੱਗਰੀ ਹੈ, ਉਹਨਾਂ ਦਾ ਕਰਮ ਹੈ, ਜਿਨ੍ਹਾਂ ਉੱਪਰ ਵਾਹਿਗੁਰੂ ਆਪਣੀ ਮਿਹਰ ਵਾਲੀ ਨਜ਼ਰ ਕਰਦਾ। ਜੋ ਰੋਜ਼ ਨੇਮ ਨਾਲ ਨਾਮ ਸਿਮਰਨ ਤੇ ਸ਼ੁਭ ਕਰਮ ਕਰਦੇ ਆ, ਉਹਨਾਂ ਉੱਪਰ ਵਾਹਿਗੁਰੂ ਆਪਣੀ ਮਿਹਰ ਦੀ ਕਿਰਪਾ ਦ੍ਰਿਸ਼ਟੀ ਬਣਾਈ ਰੱਖਦਾ। ਨਾਨਕ ਨਦਰੀ, ਨਦਰ ਨਿਹਾਲ, ਇਹ ਨਾਨਕ ਤੇ ਥੋੜਾ ਜਿਹਾ ਰੁਕਣਾ, 2 ਵਿਸ਼ਰਾਮ ਮੰਨੇ ਆ ਇੱਥੇ, ਇੱਕ ਨਾਨਕ ਦੇ ਉੱਪਰ, ਇੱਕ ਨਦਰੀ ਦੇ ਉੱਪਰ। ਨਾਨਕ ਵਿਸ਼ਰਾਮ, ਨਦਰੀ ਵਿਸ਼ਰਾਮ। ਨਾਨਕ ਤੇ ਅਲਪ ਵਿਸ਼ਰਾਮ ਹੈ, ਨਦਰੀ ਤੇ ਅਰਧ ਵਿਸ਼ਰਾਮ ਹੈ। ਅਲਪ ਨਾਲੋਂ, ਨਾਨਕ ਨਾਲੋਂ ਥੋੜਾ ਜਿਹਾ ਜ਼ਿਆਦਾ ਰੁਕਾਂਗੇ ਇੱਥੇ, ਫਿਰ ਨਦਰ ਨਿਹਾਲ ਬੋਲਾਂਗੇ। ਇਸ ਤਰ੍ਹਾਂ ਨਾਨਕ ਨਦਰੀ, ਨਦਰ ਨਿਹਾਲ, ਅਲਪ ਵਿਸ਼ਰਾਮ, ਨਾਨਕ ਨਦਰੀ, ਅਰਧ ਵਿਸ਼ਰਾਮ।
ਨਾਨਕ ਨਦਰੀ ਨਦਰ ਨਿਹਾਲ, ਫਿਰ ਰਿਪੀਟ ਕਰੀਏ, ਨਾਨਕ ਨਦਰੀ ਨਦਰ ਨਿਹਾਲ, ਇਸ ਤਰ੍ਹਾਂ ਉਚਾਰਨ ਕਰਨਾ ਇਹਦਾ। ਸੋ ਇਸ ਪੰਕਤੀ ਦਾ ਅਰਥ ਹੈ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ, ਨਾਨਕ ਮੀਨਸ ਸ਼੍ਰੀ ਗੁਰੂ ਨਾਨਕ ਦੇਵ ਜੀ ਜਪਜੀ ਸਾਹਿਬ ਦੀ ਅਖੀਰ ਵਾਲੀ 38ਵੀਂ ਪੌੜੀ ਵਿੱਚ ਬਚਨ ਕਰਦੇ ਹਨ, ਤੇ ਇਸ 38ਵੀਂ ਪੌੜੀ ਦੀ ਅਖੀਰਲੀ ਪੰਕਤੀ ਵਿੱਚ ਬਚਨ ਕਰਦੇ ਹਨ। ਮਿਹਰਵਾਨ ਵਾਹਿਗੁਰੂ ਆਪਣੀ ਮਿਹਰ ਦੀ ਨਿਗਾਹ ਨਾਲ, ਨਦਰੀ ਆਪਣੀ ਮਿਹਰ ਦੀ ਨਿਗਾਹ ਨਾਲ ਉਹਨਾਂ ਨੂੰ ਨਿਹਾਲ ਕਰ ਦਿੰਦਾ ਜੋ ਆਪਣੀ ਵਾਹਿਗੁਰੂ ਦੇ ਪਿਆਰ ਵਾਲੀ ਪ੍ਰੀਤ ਨੂੰ ਜ਼ਿੰਦਗੀ ਦੇ ਅੰਤ ਤੱਕ ਨਿਭਾਉਂਦੇ ਹਨ। ਗੁਰੂ ਨਾਨਕ ਦੇਵ ਜੀ ਕਹਿੰਦੇ ਹਨ ਕਿ ਮਿਹਰਬਾਨ ਵਾਹਿਗੁਰੂ ਆਪਣੀ ਪਿਆਰ ਵਾਲੀ ਨਿਗਾਹ ਦੇ ਨਾਲ ਉਹਨਾਂ ਨੂੰ ਨਿਹਾਲ ਕਰਦਾ ਹੈ ਜਿਹੜੇ ਆਪਣੀ ਪ੍ਰੀਤ ਨੂੰ ਆਪਣੇ ਜੀਵਨ ਦੇ ਅੰਤ ਤੱਕ ਨਿਭਾਉਂਦੇ ਹਨ। ਗੁਰਬਾਣੀ ਵਿੱਚ ਲਿਖਿਆ ਨਾ, ਸੇਵਕ ਕੀ ਓੜਕ ਨਿਭੀ ਪ੍ਰੀਤ। ਓੜਕ ਮੀਨਸ ਅੰਤ ਤੱਕ, ਜ਼ਿੰਦਗੀ ਦੇ ਅੰਤ ਤੱਕ ਜਿਹੜੇ ਆਪਣੀ ਪ੍ਰੀਤ ਨੂੰ ਵਾਹਿਗੁਰੂ ਦੇ ਨਾਲ ਨਿਭਾਉਂਦੇ ਹਨ, ਉਹਨਾਂ ਨੂੰ ਵਾਹਿਗੁਰੂ ਨਿਹਾਲ 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 ਕਰ ਦਿੰਦਾ ਆਪਣੀ ਮਿਹਰ ਵਾਲੀ ਨਿਗਾਹ ਦੇ ਨਾਲ। ਨਾਨਕ ਨਦਰੀ, ਨਦਰੀ ਮੀਨਸ ਨਜ਼ਰ ਦੇ ਨਾਲ, ਨਦਰ ਨਿਹਾਲ, ਮਿਹਰ ਵਾਲੀ ਨਜ਼ਰ ਨਾਲ ਦੇਖ ਕੇ ਨਿਹਾਲ ਕਰ ਦਿੰਦਾ ਹੈ। ਕਰੈਕਟ। ਸੋ ਹੁਣ 38 ਪੌੜੀਆਂ ਪੂਰੀਆਂ ਹੋ ਗਈਆਂ ਆਪਣੇ ਜਪਜੀ ਸਾਹਿਬ ਜੀ ਦੀਆਂ। 38 ਪੌੜੀਆਂ ਕੰਪਲੀਟ ਹੋ ਗਈਆਂ, ਮੀਨਸ ਇੱਕ ਤਰੀਕੇ ਨਾਲ ਜਪਜੀ ਸਾਹਿਬ ਪੂਰਾ ਹੋ ਗਿਆ। ਪਰ ਜਿਹੜਾ ਸ਼ਲੋਕ ਹੈ ਨਾ, ਪਵਨ ਗੁਰੂ ਪਾਣੀ ਪਿਤਾ, ਇਹ ਵੀ ਜਪਜੀ ਸਾਹਿਬ ਜੀ ਦੀ ਪਾਵਨ ਬਾਣੀ ਦਾ ਹਿੱਸਾ ਹੈ। ਸੋ 38 ਪੌੜੀਆਂ ਪੂਰੀਆਂ ਹੋ ਗਈਆਂ। ਜਿਹੜਾ ਪੌੜੀਆਂ ਦਾ ਸਿਰਲੇਖ ਹੁੰਦਾ ਤੇ ਸ਼ਲੋਕ ਹੈ ਪੌੜੀਆਂ ਤੋਂ ਬਾਹਰ, ਪੌੜੀਆਂ ਦੀ ਗਿਣਤੀ 'ਚ ਨਹੀਂ ਆਉਂਦਾ। ਇਹਦੇ ਨਾਲ ਅੱਗੇ ਲਾਸਟ ਤੇ ਜਾ ਕੇ 1 ਲਿਖਿਆ ਹੋਇਆ ਹੈ ਨਾ, ਤੋ ਇਹ ਪੌੜੀਆਂ ਦੀ ਗਿਣਤੀ ਤੋਂ ਬਾਹਰ ਆ ਸ਼ਲੋਕ। ਸੋ 38 ਪੌੜੀਆਂ ਪੂਰੀਆਂ ਹੋਈਆਂ ਜਪਜੀ ਸਾਹਿਬ ਜੀ ਦੀਆਂ ਜੀ। ਤਾਂ ਅਗਲੇ ਪਾਰਟ ਦੇ ਵਿੱਚ ਆਪਾਂ ਸ਼ਲੋਕ ਦੇ ਅਰਥ ਉਚਾਰਨ ਤੇ ਵਿਸ਼ਰਾਮ ਵਿਦ ਐਗਜ਼ਾਮਪਲ ਸਰਵਣ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।